कि कोई बंदा इस तरीके नाल ही बैठा है, कोई बजुर्ग है और ਉਹਦੇ ਬੰਦ ਕੱਟੇ ਜਾ ਰਹੇ, ਉਹ ਮੂੰਹ ਚੋਂ ਸੀ ਨਹੀਂ ਕੱਢ ਰਿਹਾ। ਕਿਸੇ ਦੀ ਖੋਪੜੀ ਉਤਾਰੀ ਜਾ ਰਹੀ ਹੈ, ਉਹ ਮੂੰਹ ਚੋਂ ਸੀ ਨਹੀਂ ਕੱਢ ਰਿਹਾ। ਮਾਵਾਂ ਦੇ ਬੱਚੇ ਉਹਨਾਂ ਨੂੰ ਸਭ ਤੋਂ ਪਿਆਰੇ ਹੁੰਦੇ ਆ, ਪਰ ਇੱਧਰ ਸਿੱਖ ਸਿਦਕ ਦੀਆਂ ਜਿਹੜੀਆਂ ਸਿੱਖੀ ਸਿਦਕ ਦੀਆਂ ਪੱਕੀਆਂ ਮਾਵਾਂ ਨੇ, ਉਹਨਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਪਾਏ ਜਾ ਰਹੇ, ਉਹ ਸੀ ਨਹੀਂ ਕਰ ਰਹੀਆਂ। ਇਹ ਲੋਕ ਕਿੱਥੋਂ ਆਏ ਸੀ, ਕਿਵੇਂ ਦੇ ਸੀ ਇਹ ਲੋਕ? ਉਸ ਕਿਰਦਾਰ ਦੀ ਜਿਹੜੀ ਇੱਕ ਕੰਸਟਰਕਸ਼ਨ ਹੋਈ ਹੈ, ਜੋ ਇੱਕ ਡਿਵੈਲਪਮੈਂਟ ਹੋਈ ਹੈ, ਉਸ ਪੂਰੇ ਮਿਸ਼ਨ ਨੂੰ ਆਪਾਂ ਗੁਰੂ ਇਤਿਹਾਸ ਦੇ ਵਿੱਚੋਂ ਦੇਖਾਂਗੇ, ਸਮਝਾਂਗੇ, ਗੁਰਬਾਣੀ ਦਾ ਓਟ ਆਸਰਾ ਲੈ ਕੇ ਫਿਰ ਸਾਡੇ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਮਿਲਣਗੇ। ਕਿਸ ਤਰੀਕੇ ਨਾਲ ਸਿੱਖਾਂ ਦੇ ਵਿੱਚ ਨਿਸ਼ਕਾਮ ਸੇਵਾ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਅਭਿਆਸ ਕਰਾ ਕੇ ਦ੍ਰਿੜ ਕਰਵਾਇਆ। ਜਦੋਂ ਵੀ ਕੋਈ ਨੇਤਾ ਕਿਸੇ ਕੋਲੇ ਕੋਈ ਵੋਟ ਮੰਗਣ ਆਉਂਦਾ ਤਾਂ ਉਹ ਹਮੇਸ਼ਾ ਹੀ ਕਹਿੰਦਾ ਜੀ ਰਾਜ ਨਹੀਂ ਸੇਵਾ। ਇੱਥੇ ਕੀ ਆ ਕਿ ਇੱਥੇ ਸੇਵਾ ਦਾ ਵਰਡ ਯੂਜ਼ ਕਰਕੇ ਸਾਨੂੰ ਤੁਹਾਨੂੰ ਬੇਵਕੂਫ ਬਣਾਉਂਦੇ ਨੇ ਲੋਕ, ਔਰ ਉਸੇ ਵਰਡ ਨੂੰ ਆਪਣੇ ਵਾਸਤੇ ਕਿ ਮੈਂ ਇਹਦੇ ਚੋਂ ਕੀ ਕਮਾ ਸਕਦਾ ਉਹਦੇ ਲਈ ਯੂਜ਼ ਕਰਦੇ ਨੇ। ਮੁੱਖ ਉਦੇਸ਼ ਕੀ ਸੀ ਕਿ ਜੇ ਮੰਜੀਆਂ ਤੇ ਪੀੜੇ ਸਟੈਬਲਿਸ਼ ਕਰਨਾ। ਦੇਖੋ ਜਿਹੜੇ ਸਿੱਖਾਂ ਦੇ ਵਿੱਚ ਨਿਸ਼ਕਾਮ ਭਾਵਨਾ ਵੀ ਆ ਗਈ ਹੈ, ਹੁਣ ਉਹ ਜ਼ਿੰਮੇਵਾਰੀ ਲੈਣ ਦੇ ਕਾਬਲ ਵੀ ਹੋ ਗਏ ਨੇ। ਉਸ ਜ਼ਿੰਮੇਵਾਰੀ ਦੇ ਥਰੂ ਉਹਨਾਂ ਨੂੰ ਕੀ ਮਿਲ ਰਿਹਾ ਹੈ? ਇੱਕ ਤਾਂ ਉਹਨਾਂ ਦੀ ਐਡਮਿਨਿਸਟ੍ਰੇਟਿਵ ਪਾਵਰਸ ਦੀ ਜਿਹੜੀ ਇੱਕ ਪ੍ਰੈਕਟਿਸ ਹੋ ਰਹੀ ਹੈ, ਕਿਉਂਕਿ ਕੋਈ ਵੀ ਰਾਜ ਸੰਭਾਲਣ ਦੇ ਵਾਸਤੇ ਜਦੋਂ ਕੋਈ ਵੱਡਾ ਰਾਜ ਸੰਭਾਲਣਾ ਹੁੰਦਾ ਨਾ, ਤਾਂ ਸਾਨੂੰ ਇੱਕ ਪਹਿਲਾਂ ਪ੍ਰੈਕਟਿਸ ਚਾਹੀਦੀ ਹੁੰਦੀ ਹੈ। ਸਾਡੀਆਂ ਉਹ ਲੀਡਰਸ਼ਿਪ ਸਕਿੱਲਸ ਜਿਹਨੂੰ ਆਪਾਂ ਬੋਲਦੇ ਹਾਂ, ਸਾਡੀ ਪ੍ਰੋਜੈਕਟ ਮੈਨੇਜਮੈਂਟ, ਇਹ ਅੱਜ ਕੱਲ੍ਹ ਦਾ ਵਰਡ ਹੈ, ਪ੍ਰੋਜੈਕਟ ਮੈਨੇਜਮੈਂਟ ਸਾਡੀ ਬੜੀ ਸਟਰੋਂਗ ਚਾਹੀਦੀ ਹੈ। ਜਦੋਂ ਅਸੀਂ ਸੇਵਾ ਦੇ ਵਿੱਚੋਂ ਨਿਸ਼ਕਾਮ ਭਾਵਨਾ ਕੱਢੀ ਜਾਵਾਂਗੇ, ਸਾਡੇ 'ਚ ਉਹੀ ਸੇਵਾ ਹੰਕਾਰ ਬਣ ਕੇ ਚੱਲਣਾ ਸ਼ੁਰੂ ਕਰ ਦੂਗੀ। ਸੋ ਅਸੀਂ ਬੜੀਆਂ ਖੁਸ਼ਕਿਸਮਤ ਹਾਂ ਕਿ ਸਾਨੂੰ ਗੁਰੂ ਨਾਨਕ ਨੇ ਆਪਣੇ ਘਰ 'ਚ ਜਨਮ ਲੈਣ ਦਾ ਮੌਕਾ ਦਿੱਤਾ, ਪਰ ਹੁਣ ਸਾਡੇ ਕੋਲ ਝੁੱਕ ਕਿੱਥੇ ਹੋ ਰਹੀ? ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ Spotify, Google Podcast, Amazon Audible ਅਤੇ Apple Podcast ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ ਸਵਾਗਤ ਕਰਦੀ ਹਾਂ ਜੀ। ਜਿਹੜਾ ਅਸੀਂ ਇੱਕ ਲੜੀਵਾਰ ਐਪੀਸੋਡ ਚਲਾ ਰਹੇ ਸੀ, ਉਹਦੇ ਵਿੱਚ ਪਿਛਲੀ ਵਾਰ ਜਦੋਂ ਆਪਾਂ ਸ਼ਹੀਦੀ ਦਿਨਾਂ ਦੀ ਗੱਲ ਕਰ ਰਹੇ ਸੀਗੇ ਤੇ ਮੈਂ ਉਹ ਦੱਸਿਆ ਸੀਗਾ ਕਿ ਇੱਕ ਸਪੈਸ਼ਲ ਐਪੀਸੋਡ ਇਹ ਆਪਾਂ ਕਰ ਰਹੇ ਹਾਂ, ਪਰ ਅੱਜ ਆਪਾਂ ਫਿਰ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਗੱਲ ਆਪਾਂ ਕਰ ਰਹੇ ਸੀਗੇ। ਆਪਾਂ ਹੁਣ ਤੱਕ ਜਿਹੜਾ ਇੱਕ ਗੱਲ ਸਮਝੀ ਆ ਉਹ ਇਹ ਹੈ ਕਿ ਗੁਰੂ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਜੋ ਉਹਨਾਂ ਨੇ ਪੂਰਨੇ ਪਾਏ, ਉਸ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਉਸ ਮਿਸ਼ਨ ਨੂੰ ਅੱਗੇ ਲੈ ਕੇ ਚੱਲਦੇ ਨੇ, ਗੁਰੂ ਅਮਰਦਾਸ ਮਹਾਰਾਜ ਉਸ ਮਿਸ਼ਨ ਨੂੰ ਅੱਗੇ ਲੈ ਕੇ ਚੱਲਦੇ ਨੇ। ਇਹ ਉਹੀ ਮਿਸ਼ਨ ਹੈ ਜਿਹੜਾ 10ਵੇਂ ਜਾਮੇ ਦੇ ਵਿੱਚ ਆ ਕੇ ਫਿਰ ਖਾਲਸਾ ਪੰਥ ਦਾ ਰੂਪ ਧਾਰਨ ਕਰਦਾ। ਹੁਣ ਜਦੋਂ ਖਾਲਸਾ ਪੰਥ ਦੀ ਗੱਲ ਆਪਾਂ ਕਰਾਂਗੇ ਕਿ ਖਾਲਸਾ ਪੰਥ ਤਿਆਰ ਕਰਨਾ ਔਰ ਜਿਹਦੀਆਂ ਲਾਸਾਨੀ ਸ਼ਹਾਦਤਾਂ ਨੇ, ਜਿਹਦਾ ਇੱਕ ਲਾਸਾਨੀ ਇਤਿਹਾਸ ਹੈ, ਇਕੱਲਾ ਸ਼ਹਾਦਤਾਂ ਦਾ ਨਹੀਂ, ਉਹਦਾ ਇੱਕ ਆਪਣਾ ਰਾਜ, ਉਹਦਾ ਇੱਕ ਆਪਣਾ ਜਿਹੜਾ ਉਹਦੀ ਇੱਕ ਆਈਡੀਓਲੋਜੀ ਹੈ, ਉਹ ਇੱਕ ਵਿਲੱਖਣ ਆਈਡੀਓਲੋਜੀ ਹੈ ਖਾਲਸਾ ਪੰਥ ਦੀ। ਐਸੇ ਲੋਕ ਜੋ ਖਾਲਸਾ ਪੰਥ ਦੇ ਇਤਿਹਾਸ ਦੇ ਜਿਹੜੇ ਇਤਿਹਾਸ ਸਿਰਜਦੇ ਨੇ, ਉਹਨਾਂ ਦਾ ਜਿਹੜਾ ਸਾਨੀ ਆ ਉਹ ਸਾਨੂੰ ਅਜੇ ਤੱਕ ਕੋਈ ਨਹੀਂ ਲੱਭਦਾ। ਇੱਥੋਂ ਤੱਕ ਕਿ ਉਹਨਾਂ ਨੇ ਕੰਮ ਕੀਤੇ ਉਹ ਕਿਤੇ ਨਾ ਕਿਤੇ ਸਾਇੰਸ ਨੂੰ, ਕਿਤੇ ਨਾ ਕਿਤੇ ਰੈਸ਼ਨਲ ਨੂੰ, ਕਿਤੇ ਨਾ ਕਿਤੇ ਲੌਜਿਕ ਨੂੰ ਫੇਲ ਕਰਨ ਵਾਲੇ ਕੰਮ ਨੇ। ਕਿ ਕੋਈ ਬੰਦਾ ਇਸ ਤਰੀਕੇ ਨਾਲ ਹੀ ਬੈਠਾ ਹੈ, ਕੋਈ ਬਜ਼ੁਰਗ ਹੈ ਔਰ ਉਹਦੇ ਬੰਦ ਕੱਟੇ ਜਾ ਰਹੇ, ਉਹ ਮੂੰਹ ਚੋਂ ਸੀ ਨਹੀਂ ਕੱਢ ਰਿਹਾ। ਕਿਸੇ ਦੀ ਖੋਪੜੀ ਉਤਾਰੀ ਜਾ ਰਹੀ ਹੈ, ਉਹ ਮੂੰਹ ਚੋਂ ਸੀ ਨਹੀਂ ਕੱਢ ਰਿਹਾ। ਮਾਵਾਂ ਦੇ ਬੱਚੇ ਉਹਨਾਂ ਨੂੰ ਸਭ ਤੋਂ ਪਿਆਰੇ ਹੁੰਦੇ ਆ, ਪਰ ਇੱਧਰ ਸਿੱਖ ਸਿਦਕ ਦੀਆਂ ਜਿਹੜੀਆਂ ਸਿੱਖੀ ਸਿਦਕ ਦੀਆਂ ਪੱਕੀਆਂ ਮਾਵਾਂ ਨੇ, ਉਹਨਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਪਾਏ ਜਾ ਰਹੇ, ਉਹ ਸੀ ਨਹੀਂ ਕਰ ਰਹੀਆਂ। ਇਹ ਲੋਕ ਕਿੱਥੋਂ ਆਏ ਸੀ, ਕਿਵੇਂ ਦੇ ਸੀ ਇਹ ਲੋਕ, ਇਹ ਕਿਵੇਂ ਬਣ ਗਏ? ਮੈਂ ਇਹ ਅਕਸਰ ਆਪਣੇ ਆਪ ਕੋਲੋਂ ਸਵਾਲ ਪੁੱਛਦੀ ਹੁੰਦੀ ਹਾਂ। ਬੜੀ ਵਾਰੀ ਮੈਂ ਆਪਣੇ ਆਪ ਨਾਲ ਗੱਲਾਂ ਕਰਦੀ ਹੁੰਦੀ ਹਾਂ ਕਿ ਕਿਆ ਇਹ ਕੋਈ ਸਪੈਸ਼ਲ ਕੈਟਾਗਰੀ ਦੇ ਲੋਕ ਸੀ? ਕਿਆ ਇਹਨਾਂ ਦਾ DNA ਡਿਫਰੈਂਟ ਸੀ? ਇਹ ਕੀ ਸੀ? ਇਹ ਕੌਣ ਸੀ? ਇੱਦਾਂ ਦੇ ਲੋਕ ਕਿੱਦਾਂ ਹੋ ਗਏ? ਤਾਂ ਇਹਨਾਂ ਦਾ ਸਵਾਲ ਜਦੋਂ ਆਪਾਂ ਇਸ ਸਵਾਲ ਦਾ ਜਵਾਬ ਜਦੋਂ ਆਪਾਂ ਲੱਭਣ ਜਾਵਾਂਗੇ ਤਾਂ ਸਾਨੂੰ ਗੁਰੂ ਇਤਿਹਾਸ ਨੂੰ ਕੰਟੀਨਿਊਟੀ ਵਿੱਚ ਵੇਖਣਾ ਪਊਗਾ। ਸਾਨੂੰ ਗੁਰੂ ਇਤਿਹਾਸ ਨੂੰ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਦੀ ਬਾਂਹ ਫੜ ਕੇ ਔਰ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਡਿਵੈਲਪ ਕੀਤਾ ਇਸ ਲੈਵਲ ਤੱਕ ਕਿ ਉਹ ਖਾਲਸ ਹੋ ਗਿਆ, ਉਹ ਕਿਰਦਾਰ ਖਾਲਸ ਹੈ।
ਉਸ ਕਿਰਦਾਰ ਦੀ ਜਿਹੜੀ ਇੱਕ ਕੰਸਟਰਕਸ਼ਨ ਹੋਈ ਹੈ, ਜੋ ਇੱਕ ਡਿਵੈਲਪਮੈਂਟ ਹੋਈ ਹੈ, ਉਸ ਪੂਰੇ ਮਿਸ਼ਨ ਨੂੰ ਆਪਾਂ ਗੁਰੂ ਇਤਿਹਾਸ ਦੇ ਵਿੱਚੋਂ ਦੇਖਾਂਗੇ, ਸਮਝਾਂਗੇ, ਗੁਰਬਾਣੀ ਦਾ ਓਟ ਆਸਰਾ ਲੈ ਕੇ ਫਿਰ ਸਾਡੇ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਮਿਲਣਗੇ। ਹੁਣ ਜਦੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਗੱਲ ਕਰ ਰਹੇ ਸੀ ਤੇ ਆਪਾਂ ਇਹ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਤੇ ਗੁਰੂ ਪਾਤਸ਼ਾਹ ਸਾਨੂੰ ਗਿਆਨ ਦੀ ਮਹੱਤਵਤਾ ਦੱਸ ਦਿੰਦੇ ਨੇ। ਜਦੋਂ ਮੈਂ ਇੱਕ ਗੁਰੂ ਪਾਤਸ਼ਾਹ ਦੀ ਗੱਲ ਕਰ ਰਹੀ ਹਾਂ ਤਾਂ ਮੈਂ ਤਿੰਨਾਂ ਦੀ ਹੀ ਗੱਲ ਕਰ ਰਹੀ ਹਾਂ ਇਸ ਸਮੇਂ, ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਕਿਉਂਕਿ ਤਿੰਨਾਂ ਦੇ ਵਿੱਚ ਹੀ ਕੋਈ ਅੰਤਰ ਨਹੀਂ ਔਰ ਤਿੰਨੇ ਹੀ ਇੱਕ ਹੀ ਹੈ। ਤਿੰਨਾਂ ਦਾ ਜਿਹੜੀ ਇੱਕ ਆਪਾਂ ਕਹਿੰਦੇ ਹਾਂ ਕਿ ਜੋਤ ਉਹ ਜਿਹੜੀ ਹੈ ਉਹੀ ਹੈ, ਸਿਰਫ ਕਾਇਆ ਪਲਟ ਕੇ ਇੱਕ ਹੋਰ ਕਾਇਆ ਦੇ ਵਿੱਚ ਆਏ ਨੇ, ਬਾਕੀ ਉਹਨਾਂ ਦੀ ਜੋਤ ਇੱਕੋ ਹੀ ਹੈ। ਸੋ ਗਿਆਨ ਦੀ ਉਹ ਸਾਨੂੰ ਮਹੱਤਵਤਾ ਪਹਿਲਾਂ ਦੱਸਦੇ ਨੇ, ਕਿਉਂਕਿ ਜਦੋਂ ਬੀਬੀ ਅਮਰੋ ਜਿਹੜੇ ਨੇ ਉਹ ਨਹੀਂ ਤੇ ਇਹ ਗੱਲ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਪਾਤਸ਼ਾਹ ਆਪ ਜਾਣੀ ਜਾਣ ਨੇ। ਕਦੀ ਵੀ ਇਸ ਤਰ੍ਹਾਂ ਹੋ ਸਕਦਾ ਸੀਗਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਬਾਣੀ ਕਿਹਦੀ ਹੈ, ਉਹ ਬਾਕਾਇਦਾ ਉਸ ਘਰ ਨਾਲ ਜੁੜੇ ਹੁੰਦੇ। ਪਰ ਇੱਥੇ ਕੀ ਹੈ ਕਿ ਗੁਰੂ ਪਾਤਸ਼ਾਹ ਬੀਬੀ ਅਮਰੋ ਨੂੰ ਰਸਤਾ ਬਣਾਉਂਦੇ ਨੇ ਔਰ ਉਹਦਾ ਮਤਲਬ ਕੀ ਸੀ ਕਿ ਉਹ ਸਾਨੂੰ ਗਿਆਨ ਦੀ ਮਹੱਤਵਤਾ ਦੱਸਦੇ ਨੇ ਕਿ ਜਦੋਂ ਉਹਨਾਂ ਦੇ ਕੋਲ ਗਿਆਨ ਆ ਗਿਆ, ਉਸ ਤੋਂ ਪਹਿਲਾਂ ਉਹ ਇੱਕ ਆਮ ਆਦਮੀ ਹੈ, ਇੱਕ ਆਮ ਇਨਸਾਨ ਹੈ, ਜਦੋਂ ਉਹਨਾਂ ਦੇ ਕੋਲ ਗਿਆਨ ਆ ਗਿਆ ਤਾਂ ਗਿਆਨ ਤੋਂ ਬਾਅਦ ਉਹ ਗੁਰੂ ਪਦਵੀ ਨੂੰ ਹਾਸਲ ਕਰ ਲੈਂਦੇ ਨੇ। ਸੋ ਇਹ ਗਿਆਨ ਦੀ ਮਹੱਤਵਤਾ ਦੱਸਦੇ ਨੇ। ਪਹਿਲੀ ਜੋ ਸਾਡਾ ਇੱਕ ਰੂਲ ਜਾਂ ਕਹਿ ਲਓ ਕਿ ਸਾਡਾ ਸਿਧਾਂਤ ਦ੍ਰਿੜਿਆ ਗਿਆ ਉਹ ਹੈ ਗੁਰਬਾਣੀ ਦੇ ਆਸਰੇ, ਗੁਰਬਾਣੀ ਦਾ ਓਟ ਆਸਰਾ ਲੈ ਕੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਜੋ ਗਿਆਨ ਦੀ ਪ੍ਰਾਪਤੀ ਕਰਨਾ। ਗਿਆਨ ਜਦੋਂ ਸਾਡੇ ਕੋਲ ਹੋ ਜਾਊਗਾ ਫਿਰ ਅਗਲੀ ਗੱਲ ਆਉਂਦੀ ਹੈ ਕਿ ਗੁਰੂ ਮਹਾਰਾਜ ਸਾਨੂੰ ਸਿੱਖਾਂ ਨੂੰ ਨਿਸ਼ਕਾਮ ਸੇਵਾ ਦੀਆਂ ਜਿਹੜੀਆਂ ਸਿਧਾਂਤ ਨੇ ਉਹ ਸਿਖਾਉਂਦੇ ਨੇ ਔਰ ਇਹਦੇ ਬਾਰੇ ਵੀ ਆਪਾਂ ਪਿਛਲੇ ਐਪੀਸੋਡਸ ਦੇ ਵਿੱਚ ਗੱਲ ਕਰ ਚੁੱਕੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਦੇ ਵਿੱਚ ਨਿਸ਼ਕਾਮ ਅਵਸਥਾ ਨੂੰ, ਕਿਸ ਤਰੀਕੇ ਨਾਲ ਸਿੱਖਾਂ ਦੇ ਵਿੱਚ ਨਿਸ਼ਕਾਮ ਸੇਵਾ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਅਭਿਆਸ ਕਰਾ ਕੇ ਦ੍ਰਿੜ ਕਰਵਾਇਆ ਕਿ ਇਸ ਤਰ੍ਹਾਂ ਦੀ ਨਿਸ਼ਕਾਮ ਸੇਵਾ ਹੁੰਦੀ ਹੈ। ਹੁਣ ਇੱਥੇ ਆਪਾਂ ਇੱਕ ਗੱਲ ਸਮਝੀਏ ਕਿ ਇਹ ਨਿਸ਼ਕਾਮ ਸੇਵਾ, ਜਦੋਂ ਇਹਨੂੰ ਆਪਾਂ ਫਿਰ ਕੰਟੀਨਿਊਟੀ ਵਿੱਚ ਵੇਖਾਂਗੇ, ਸਾਨੂੰ ਸਮਝ ਆਊਗੀ ਕਿ ਪਹਿਲਾਂ ਨਿਸ਼ਕਾਮ ਸੇਵਾ ਦੇ ਲਈ ਸਿੱਖਾਂ ਨੂੰ ਤਿਆਰ ਕਰਨਾ, ਨਿਸ਼ਕਾਮ ਸੇਵਾ ਉਹਨਾਂ ਦੀ ਜਿਹੜੀ ਇੱਕ ਮੂਲ ਹਿੱਸਾ ਬਣਾ ਦੇਣਾ ਉਹਨਾਂ ਦੇ ਕਿਰਦਾਰ ਦਾ, ਉਹ ਕਿਉਂ ਜ਼ਰੂਰੀ ਸੀ। ਉਹ ਸਾਨੂੰ ਸਮਝ ਲੱਗਦੀ ਹੈ ਜਿਹੜਾ ਉਹਨਾਂ ਦਾ ਅਗਲਾ ਸਟੈਪ ਹੈ ਉਹ ਕੀ ਹੈ। ਉਹ ਮੰਜੀਆਂ ਅਤੇ ਪੀੜ੍ਹੇ ਇਸਟੈਬਲਿਸ਼ ਕਰਦੇ ਨੇ ਪਾਤਸ਼ਾਹ। ਹੁਣ ਮੰਜੀਆਂ ਦੀ ਗੱਲ ਆਪਾਂ ਪਿਛਲੇ ਐਪੀਸੋਡਸ ਵਿੱਚ ਕੀਤੀ ਹੈ ਕਿ ਉਹਨਾਂ ਨੇ ਗੁਰੂ ਮਹਾਰਾਜ ਮੰਜੀਆਂ ਇਸਟੈਬਲਿਸ਼ ਕਰਦੇ ਨੇ, ਉਹਦੇ ਨਾਲ ਬੀਬੀਆਂ ਲਈ ਪੀੜ੍ਹੇ ਵੀ ਇਸਟੈਬਲਿਸ਼ ਹੁੰਦੇ ਨੇ। ਮੰਜੀਆਂ ਅਤੇ ਪੀੜ੍ਹੇ ਇਹ ਦੋਨੋਂ ਹੀ ਇਸਟੈਬਲਿਸ਼ ਕੀਤੇ ਜਾਂਦੇ ਨੇ ਤਾਂ ਕਿ ਗੁਰੂ ਘਰ ਦਾ ਪ੍ਰਚਾਰ ਜਿਹੜਾ ਉਹ ਵੱਖ-ਵੱਖ ਕੋਨਿਆਂ ਦੇ ਵਿੱਚ ਪਹੁੰਚਾਇਆ ਜਾ ਸਕੇ। ਬਕਾਇਦਾ ਉਹ ਮੰਜੀਆਂ ਇਸਟੈਬਲਿਸ਼ ਕਰਦੇ ਨੇ ਔਰ ਜਿਹੜੇ ਗੁਰੂ ਘਰ ਦੇ ਸੇਵਕ ਨੇ ਉਹਨਾਂ ਨੂੰ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਭੇਜਦੇ ਨੇ ਪ੍ਰਚਾਰ ਦੇ ਲਈ। ਹੁਣ ਇੱਥੇ ਜਰਾ ਆਪਾਂ ਸਮਝੀਏ ਕਿ ਜੇਕਰ ਸਿੱਖਾਂ ਦੇ ਵਿੱਚ ਉਹਨਾਂ ਨੂੰ ਮੰਜੀਆਂ ਜਾਂ ਪੀੜ੍ਹੇ ਇਸਟੈਬਲਿਸ਼ ਕਰਨ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਇੱਕ ਮੂਲ ਜਿਹੜਾ ਇੱਕ ਉਹਨਾਂ ਦਾ ਇੱਕ ਆਪਣਾ ਆਧਾਰ ਹੈ ਜੋ ਨਿਸ਼ਕਾਮ ਸੇਵਾ ਦਾ, ਅਗਰ ਉਹਨਾਂ ਨੂੰ ਦ੍ਰਿੜ ਨਾ ਕਰਵਾਇਆ ਜਾਂਦਾ ਹੁੰਦਾ ਜਾਂ ਨਾ ਗਿਆ ਹੁੰਦਾ ਤਾਂ ਫਿਰ ਕਿਹੋ ਜਿਹੇ ਜਿਨ੍ਹਾਂ ਲੋਕਾਂ ਨੇ ਅੱਗੇ ਜਾਣਾ ਸੀ ਉਹ ਕਿਹੋ ਜਿਹੇ ਹੋਣੇ ਸੀ ਉਹਨਾਂ ਦੇ ਵਿੱਚ। ਕਿਉਂਕਿ ਜਿੱਥੇ ਨਿਸ਼ਕਾਮ ਸੇਵਾ ਨਹੀਂ ਹੈ ਉੱਥੇ ਹਮੇਸ਼ਾ ਕੁਛ ਨਾ ਕੁਛ ਪਾਉਣ ਦੀ ਇੱਛਾ ਹੋਊਗੀ। ਫਿਰ ਜਦੋਂ ਉਹਨਾਂ ਨੇ ਪ੍ਰਚਾਰ ਕਰਨ ਲਈ ਜਾਣਾ ਸੀਗਾ ਤੇ ਉਹਨਾਂ ਨੂੰ ਸੰਗਤ ਕੋਲੋਂ ਵੀ ਉਮੀਦਾਂ ਹੋਣੀਆਂ ਸੀ। ਇਹਨਾਂ ਹੀ ਜਿਹੜੀਆਂ ਇਹੋ ਜਿਹੀ ਬਿਨਾਂ ਨਿਸ਼ਕਾਮ ਸੇਵਾ ਦੇ, ਕਿਉਂਕਿ ਜਿਹੜੇ ਵੀ ਲੋਕ ਜਦੋਂ ਆਪਾਂ ਦੇਖਦੇ ਹਾਂ ਜੋ ਮੋਰਲੀ ਡਿੱਗ ਜਾਂਦੇ ਆ ਬੇਸਿਕਲੀ ਕਿਉਂਕਿ ਉਹ ਨਿਸ਼ਕਾਮ ਸੇਵਾ ਵਾਲੇ ਨਹੀਂ ਹੁੰਦੇ। ਉਹ ਆਪਣੀ ਕੋਈ ਵੀ ਕਰਮ ਦੇ ਬਦਲੇ ਸਾਹਮਣੇ ਕੋਈ ਨਾ ਕੋਈ ਜ਼ਰੂਰ ਜਿਹੜੀ ਹੈਗੀ ਆ ਉਹ ਭਾਲ ਰੱਖਦੇ ਆ, ਕੋਈ ਨਾ ਕੋਈ ਚਾਹ ਜ਼ਰੂਰ ਰੱਖਦੇ ਆ ਕਿ ਮੈਨੂੰ ਆਹ ਮਿਲਣਾ ਚਾਹੀਦਾ। ਇਹਦੀ ਹੁਣ ਅੱਜ ਕੱਲ੍ਹ ਦੇ ਐਗਜ਼ਾਮਪਲ ਬੜੇ ਵਧੀਆ ਅੱਜ ਕੱਲ੍ਹ ਤਾਂ ਸਾਨੂੰ ਫਿਰ ਪ੍ਰੈਕਟੀਕਲ ਹੋ ਕੇ ਸਾਹਮਣੇ ਆ ਰਹੀ ਆ। ਜਿਹੜੀਆਂ ਟਿਕਟਾਂ ਦੀ ਜਿਹੜੀ ਪੋਲੀਟਿਕਸ ਦੇ ਵਿੱਚ ਟਿਕਟਾਂ ਦੀ ਗੱਲ ਚੱਲ ਰਹੀ ਹੈ, ਆਪ ਸਭ ਭਲੀ ਭਾਂਤੀ ਜਾਣਦੇ ਹੋ ਕਿ ਜਦੋਂ ਵੀ ਕੋਈ ਨੇਤਾ ਕਿਸੇ ਕੋਲੇ ਕੋਈ ਵੋਟ ਮੰਗਣ ਆਉਂਦਾ ਤਾਂ ਉਹ ਹਮੇਸ਼ਾ ਹੀ ਕਹਿੰਦਾ ਜੀ ਰਾਜ ਨਹੀਂ ਸੇਵਾ। ਔਰ ਉਸ ਤੋਂ ਬਾਅਦ ਅਗਲੀ ਗੱਲ ਇਹ ਹੁੰਦੀ ਆ ਕਿ ਅਸੀਂ ਤਾਂ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਾਂ। ਉਸ ਤੋਂ ਅਗਲੀ ਗੱਲ ਇਹ ਹੁੰਦੀ ਆ ਕਿ ਦੇਖੋ ਜੀ ਸਾਨੂੰ ਸੇਵਾ ਦਾ ਮੌਕਾ ਦਿਓ। ਇਹੀ ਗੱਲਾਂ ਕਰਦੇ ਨੇ ਸਾਰੇ। ਹੁਣ ਇੱਥੇ ਸੇਵਾ ਨੂੰ ਜਰਾ ਸਮਝੀਏ ਆਪਾਂ ਕਿ ਉਹਨਾਂ ਦੀ ਸੇਵਾ ਕਿੱਦਾਂ ਦੀ ਆ। ਜੇ ਉਹਨਾਂ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਤਾਂ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਚਲੇ ਜਾਣਗੇ। ਕਾਂਗਰਸ ਨੇ ਟਿਕਟ ਨਹੀਂ ਦਿੱਤੀ ਉਹ ਕਾਂਗਰਸ ਛੱਡ ਕੇ ਆਪ 'ਚ ਆ ਜਾਣਗੇ। ਆਪ ਨੇ ਟਿਕਟ ਨਹੀਂ ਦਿੱਤੀ ਤਾਂ ਸ਼ਾਇਦ ਉਹਨੂੰ ਛੱਡ ਕੇ ਕਿਸੇ ਹੋਰ ਪਾਰਟੀ ਚਲੇ ਜਾਣਗੇ, ਪਰ ਉਹ ਸੇਵਾ ਜ਼ਰੂਰ ਕਰਨਗੇ।
ਹੁਣ ਜਿੱਥੇ ਤੇ ਗੱਲ ਹੈ ਸਿਰਫ ਸੇਵਾ ਦੀ, ਜੇ ਉਹ ਨਿਸ਼ਕਾਮ ਸੇਵਾ ਹੁੰਦੀ ਤਾਂ ਫਿਰ ਉਹਨਾਂ ਦਾ ਕੋਈ ਇੱਕ ਸਿਧਾਂਤ ਹੋਣਾ ਸੀ, ਉਹਨਾਂ ਨੇ ਇੱਕ ਸਿਧਾਂਤ ਤੇ ਖੜੇ ਹੋਣਾ ਸੀ ਕਿ ਮੈਂ ਆਹ ਕਰਨਾ ਚਾਹੁੰਦਾ, ਆਹ ਮੇਰਾ ਸਿਧਾਂਤ ਹੈ, ਮੈਂ ਇਸੇ ਤੇ ਖੜਾ। ਫਿਰ ਉਹਨਾਂ ਨੂੰ ਟਿਕਟਾਂ ਦਾ ਮਤਲਬ ਨਹੀਂ ਸੀ ਹੋਣਾ। ਇੱਥੇ ਕੀ ਆ ਕਿ ਇੱਥੇ ਸੇਵਾ ਦਾ ਵਰਡ ਯੂਜ਼ ਕਰਕੇ ਸਾਨੂੰ ਤੁਹਾਨੂੰ ਬੇਵਕੂਫ ਬਣਾਉਂਦੇ ਨੇ ਲੋਕ, ਔਰ ਉਸੇ ਵਰਡ ਨੂੰ ਆਪਣੇ ਵਾਸਤੇ ਕਿ ਮੈਂ ਇਹਦੇ 'ਚੋਂ ਕੀ ਕਮਾ ਸਕਦਾ ਉਹਦੇ ਲਈ ਯੂਜ਼ ਕਰਦੇ ਨੇ। ਸੋ ਆਪਾਂ ਸਿਰਫ ਇਹ ਵੇਖਿਆ ਕਰੀਏ ਕਿ ਜਦੋਂ ਕੋਈ ਸੇਵਾ ਦੀ ਗੱਲ ਕਰਦਾ, ਕਿਆ ਉਹ ਨਿਸ਼ਕਾਮ ਸੇਵਾ ਦੀ ਗੱਲ ਕਰ ਰਿਹਾ ਹੈ? ਜੇ ਉਹ ਨਿਸ਼ਕਾਮ ਸੇਵਾ ਦੀ ਗੱਲ ਕਰ ਰਿਹਾ ਫਿਰ ਆਪਾਂ ਸੇਵਾ ਦੀ ਗੱਲ ਕਰ ਸਕਦੇ ਹਾਂ, ਅਦਰਵਾਈਜ਼ ਗੱਲ ਨਹੀਂ ਹੋ ਰਹੀ। ਸੋ ਇਸ ਕਰਕੇ ਗੁਰੂ ਮਹਾਰਾਜ ਗਿਆਨ ਦੀ ਸਾਡੇ ਜ਼ਿਹਨ ਦੇ ਵਿੱਚ, ਸਾਡੇ ਕਿਰਦਾਰ ਦੇ ਵਿੱਚ ਗਿਆਨ ਦੀ ਮਹੱਤਵਤਾ ਨੂੰ ਦ੍ਰਿੜ ਕਰਾਉਣ ਤੋਂ ਬਾਅਦ ਜੋ ਅਗਲਾ ਸਾਨੂੰ ਸਾਡਾ ਕਿਰਦਾਰ ਦੇ ਵਿੱਚ ਇੱਕ ਗੱਲ ਲੈ ਕੇ ਆਉਂਦੇ ਨੇ ਉਹ ਹੈ ਨਿਸ਼ਕਾਮ ਸੇਵਾ। ਕਿ ਜੇਕਰ ਤੁਸੀਂ ਸੇਵਾ ਕਰ ਰਹੇ ਹੋ ਔਰ ਸਾਹਮਣੇ ਕੋਈ ਕਾਮਨਾ ਵੀ ਕਰਦੇ ਹੋ, ਇਹ ਵੀ ਸੋਚਦੇ ਹੋ ਕਿ ਮੈਂ ਸੇਵਾ ਕੀਤੀ, ਹੁਣ ਇਹਦੇ ਬਦਲੇ 'ਚ ਮੈਨੂੰ ਕੀ ਮਿਲੂਗਾ, ਤੁਹਾਡੀ ਸੇਵਾ ਨਹੀਂ ਲੱਗਦੀ ਫਿਰ। ਸੋ ਉਹ ਨਿਸ਼ਕਾਮ ਸੇਵਾ ਬੜੀ ਇੰਪੋਰਟੈਂਟ ਹੈ। ਔਰ ਜਦੋਂ ਸਾਡੇ ਉਹਨਾਂ ਨੇ ਕਿਰਦਾਰ ਦੇ ਵਿੱਚ ਨਿਸ਼ਕਾਮ ਸੇਵਾ, ਸਿੱਖਾਂ ਦੇ ਕਿਰਦਾਰ ਦੇ ਵਿੱਚ ਨਿਸ਼ਕਾਮ ਸੇਵਾ ਦ੍ਰਿੜ ਕਰਵਾ ਦਿੱਤੀ, ਉਸ ਤੋਂ ਬਾਅਦ ਗੁਰੂ ਮਹਾਰਾਜ ਉਹਨਾਂ ਨੂੰ ਮੰਜੀਆਂ ਤੇ ਪੀੜ੍ਹਿਆਂ ਦੇ ਜ਼ਰੀਏ ਇੱਕ ਵੱਡੀ ਜ਼ਿੰਮੇਵਾਰੀ ਸੌਂਪਦੇ ਨੇ। ਸੋ ਜ਼ਿੰਮੇਵਾਰੀ ਉਦੋਂ ਮਿਲਦੀ ਆ ਉਹਨਾਂ ਨੂੰ ਜਦੋਂ ਪਹਿਲਾਂ ਉਹਦੇ ਹੱਕਦਾਰ ਹੁੰਦੇ ਨੇ। ਔਰ ਹੱਕਦਾਰ ਕਿੱਦਾਂ ਹੁੰਦੇ ਨੇ? ਬਾਰ-ਬਾਰ ਗੁਰੂ ਮਹਾਰਾਜ ਦੇ ਦਿਖਾਏ ਹੋਏ ਨਕਸ਼ੇ ਕਦਮਾਂ ਦੇ ਉੱਤੇ ਉਹਨਾਂ ਨੇ ਰਸਤਾ ਦਿਖਾਇਆ, ਜੋ ਉਹਨਾਂ ਨੇ ਸਿਧਾਂਤ ਉਲੀਕੇ, ਉਹਨਾਂ ਸਿਧਾਂਤਾਂ ਦੇ ਉੱਤੇ ਚੱਲਦੇ ਹੋਏ ਉਸ ਤੋਂ ਬਾਅਦ ਉਹ ਸਾਨੂੰ ਜ਼ਿੰਮੇਵਾਰੀ ਦਿੰਦੇ ਨੇ ਐਜ਼ ਅ ਸਿੱਖ। ਸਾਡੇ ਜਿਹੜੇ ਸਿੱਖਾਂ ਨੂੰ ਉਹ ਜ਼ਿੰਮੇਵਾਰੀ ਮਿਲਦੀ ਹੈ ਮੰਜੀਆਂ ਤੇ ਪੀੜ੍ਹਿਆਂ ਦੇ ਰੂਪ ਦੇ ਵਿੱਚ। ਹੁਣ ਅਗਲੀ ਗੱਲ ਆਉਂਦੀ ਹੈ ਕਿ ਮੰਜੀਆਂ ਤੇ ਪੀੜ੍ਹੇ। ਮੰਜੀਆਂ ਦੀ ਗੱਲ ਆਪਾਂ ਕਰ ਲਈ ਸੀ ਕਿ ਮੰਜੀਆਂ ਉਹਨਾਂ ਨੇ ਜਿੱਥੇ ਆਦਮੀਆਂ ਦੀਆਂ ਮੰਜੀਆਂ ਇਸਟੈਬਲਿਸ਼ ਹੋਈਆਂ, ਪੀੜ੍ਹੇ ਜਿਹੜੇ ਹੈ ਉਹ ਲੇਡੀਜ਼ ਵਾਸਤੇ ਇਸਟੈਬਲਿਸ਼ ਹੁੰਦੇ ਆ। ਹੁਣ ਬੇਸ਼ੱਕ ਉਹ ਮੰਜੀਆਂ ਹੋਣ, ਬੇਸ਼ੱਕ ਉਹ ਪੀੜ੍ਹੇ ਹੋਣ, ਮੈਂ ਇਹ ਵੀ ਗੱਲ ਪਿਛਲੀ ਵਾਰ ਕੀਤੀ ਸੀਗੀ ਕਿ ਇਹਨਾਂ ਦਾ ਮੁੱਖ ਉਦੇਸ਼ ਕੀ ਸੀ ਕਿ ਜੇ ਮੰਜੀਆਂ ਤੇ ਪੀੜ੍ਹੇ ਇਸਟੈਬਲਿਸ਼ ਕਰਨਾ। ਦੇਖੋ, ਜਿਹੜੇ ਸਿੱਖਾਂ ਦੇ ਵਿੱਚ ਨਿਸ਼ਕਾਮ ਭਾਵਨਾ ਵੀ ਆ ਗਈ ਹੈ, ਹੁਣ ਉਹ ਜ਼ਿੰਮੇਵਾਰੀ ਲੈਣ ਦੇ ਕਾਬਿਲ ਵੀ ਹੋ ਗਏ ਨੇ। ਉਸ ਜ਼ਿੰਮੇਵਾਰੀ ਦੇ ਥਰੂ ਉਹਨਾਂ ਨੂੰ ਕੀ ਮਿਲ ਰਿਹਾ ਹੈ? ਇੱਕ ਤਾਂ ਉਹਨਾਂ ਦੀ ਐਡਮਿਨਿਸਟ੍ਰੇਟਿਵ ਪਾਵਰਸ ਦੀ ਜਿਹੜੀ ਇੱਕ ਪ੍ਰੈਕਟਿਸ ਹੋ ਰਹੀ ਹੈ, ਕਿਉਂਕਿ ਕੋਈ ਵੀ ਰਾਜ ਸੰਭਾਲਣ ਦੇ ਵਾਸਤੇ ਜਦੋਂ ਕੋਈ ਵੱਡਾ ਰਾਜ ਸੰਭਾਲਣਾ ਹੁੰਦਾ ਨਾ, ਤਾਂ ਸਾਨੂੰ ਇੱਕ ਪਹਿਲਾਂ ਪ੍ਰੈਕਟਿਸ ਚਾਹੀਦੀ ਹੁੰਦੀ ਹੈ। ਸਾਡੀਆਂ ਉਹ ਲੀਡਰਸ਼ਿਪ ਸਕਿੱਲਸ ਜਿਹਨੂੰ ਆਪਾਂ ਬੋਲਦੇ ਹਾਂ, ਸਾਡੀ ਪ੍ਰੋਜੈਕਟ ਮੈਨੇਜਮੈਂਟ, ਇਹ ਅੱਜ ਕੱਲ੍ਹ ਦਾ ਵਰਡ ਹੈ, ਪ੍ਰੋਜੈਕਟ ਮੈਨੇਜਮੈਂਟ ਸਾਡੀ ਬੜੀ ਸਟਰੋਂਗ ਚਾਹੀਦੀ ਹੈ। ਗੁਰੂ ਮਹਾਰਾਜ ਬਕਾਇਦਾ ਉਹਨਾਂ ਨੂੰ ਪ੍ਰੈਕਟੀਕਲੀ ਪ੍ਰੋਜੈਕਟ ਮੈਨੇਜਮੈਂਟ ਸਿਖਾ ਰਹੇ ਨੇ, ਕਿਉਂਕਿ ਇੱਕ ਮੰਜੀ ਦਾ ਕੰਮ ਕੀ ਹੈ ਕਿ ਉਸਨੇ ਉੱਥੇ ਗੁਰੂ ਦਾ ਜਿਹੜਾ ਬਚਨ ਹੈ, ਗੁਰੂ ਦਾ ਜਿਹੜਾ ਸੰਦੇਸ਼ ਹੈ, ਉਹ ਵੀ ਲੋਕਾਂ ਤੱਕ ਪਹੁੰਚਾਉਣਾ, ਸੰਗਤ ਤੱਕ ਉਹ ਵੀ ਪਹੁੰਚਾਉਣਾ, ਲੰਗਰ ਵੀ ਚੱਲੂਗਾ, ਔਰ ਸੰਗਤ ਦੀ ਜੋ ਸੇਵਾ ਭੇਟਾ ਆਈ ਹੈ ਉਸ ਨੂੰ ਲੰਗਰ ਵਾਸਤੇ ਔਰ ਗੁਰਸਿੱਖਾਂ ਦੇ ਲਈ ਇਸਤੇਮਾਲ ਕਰਨ ਤੋਂ ਬਾਅਦ ਜੋ ਬਾਕੀ ਬਚਦੀ ਆ ਉਹ ਗੋਇੰਦਵਾਲ ਵੀ ਭੇਜੀ ਜਾਊਗੀ। ਸੋ ਇਹ ਸਾਰੇ ਨੂੰ ਅਗਰ ਆਪਾਂ ਦੇਖੀਏ ਤਾਂ ਇੱਕ ਪ੍ਰੋਜੈਕਟ ਮੈਨੇਜਮੈਂਟ ਦਾ ਇੱਕ ਆਪਣੇ ਆਪ 'ਚ ਇੱਕ ਪ੍ਰੋਜੈਕਟ ਹੈ। ਇਹ ਜਿਹੜੀਆਂ ਅੱਜ ਆਪਾਂ ਟੈਕਨੀਕਲ ਟਰਮਸ ਯੂਜ਼ ਕਰਦੇ ਹਾਂ, ਉਹ ਗੁਰੂ ਮਹਾਰਾਜ ਸਾਡੇ ਸਿੱਖਾਂ ਨੂੰ ਬਕਾਇਦਾ ਉਹ ਐਕਸਪੈਰੀਮੈਂਟ, ਉਹ ਪ੍ਰੈਕਟੀਕਲੀ ਕਰਕੇ ਦੱਸ ਰਹੇ ਨੇ, ਔਰ ਉਹਨਾਂ ਨੂੰ ਇੱਕ ਵਾਰੀ ਸਮਝਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਉਹ ਪ੍ਰੈਕਟੀਕਲ ਕਰਨ ਦੇ ਵਾਸਤੇ ਖੁੱਲ੍ਹਾ ਵੀ ਛੱਡਦੇ ਨੇ ਕਿ ਤੁਸੀਂ ਵੀ ਪ੍ਰੈਕਟੀਕਲ ਕਰੋ। ਸੋ ਇਹ ਜਿਹੜੀਆਂ ਮੰਜੀਆਂ ਔਰ ਪੀੜ੍ਹੇ ਇਸਟੈਬਲਿਸ਼ ਹੋਏ, ਉਹਨਾਂ ਨੇ ਸਿੱਖਾਂ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ, ਪ੍ਰੋਜੈਕਟ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਪਾਵਰ ਹੈ, ਲੀਡਰਸ਼ਿਪ ਕੁਆਲਿਟੀਜ਼, ਔਰ ਇਹਦੇ ਨਾਲ ਇੱਕ ਕਲੈਕਟਿਵ ਕੌਨਸ਼ੀਅਸਨੈਸ ਵੀ ਖੜੀ ਕਰ ਦਿੱਤੀ। ਕਲੈਕਟਿਵ ਕੌਨਸ਼ੀਅਸਨੈਸ ਕੀ ਹੈ? ਕਿਉਂਕਿ ਹਜੇ ਤੱਕ ਜਦੋਂ ਵੀ ਕੋਈ ਸਿੱਖ ਸੰਗਤ ਮਿਲਣ ਆਉਂਦੀ ਹੈ ਤਾਂ ਉਹ ਗੁਰੂ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਮਿਲਣ ਆਉਂਦੀ ਹੈ। ਪਰ ਹੁਣ ਕੀ ਹੋ ਗਿਆ ਕਿ ਜਿੱਥੇ ਵੀ ਮੰਜੀਆਂ ਇਸਟੈਬਲਿਸ਼ ਨੇ, ਸਾਰੇ ਸਿੱਖਾਂ ਨੂੰ ਪਤਾ ਹੈ ਕਿ ਅਸੀਂ ਗੁਰੂ ਆਪਣੇ ਇੱਕੋ ਦੀ ਗੱਲ ਹੀ ਕਰ ਰਹੇ ਹਾਂ, ਪਰ ਅਸੀਂ ਇੱਥੇ ਇਕੱਠੇ ਹੋ ਰਹੇ ਹਾਂ। ਹੁਣ ਉਹ 22 ਮੰਜੀਆਂ ਇੱਕ ਜਗ੍ਹਾ ਦੇ ਉੱਤੇ ਆ। 22 ਮੰਜੀਆਂ ਜਦੋਂ ਉਹਨਾਂ ਨੇ ਖੜੀਆਂ, ਉਹ ਜਦੋਂ ਇਸਟੈਬਲਿਸ਼ ਹੁੰਦੀਆਂ ਤਾਂ 22 ਜਗ੍ਹਾ ਦੇ ਉੱਤੇ ਅਲੱਗ-ਅਲੱਗ ਗੁਰੂ ਮਹਾਰਾਜ ਦੀ ਗੱਲ ਵੀ ਚੱਲ ਰਹੀ ਹੈ। ਸੰਗਤ ਗੁਰੂ ਨੂੰ ਯਾਦ ਕਰ ਰਹੀ ਹੈ ਜੋ ਗੋਇੰਦਵਾਲ ਸਾਹਿਬ ਬੈਠੇ ਨੇ, ਪਰ ਉਹਨਾਂ ਦੇ ਵਿੱਚ ਆਪਣੇ ਜਿਹੜੇ 22 ਥਾਵਾਂ ਦੇ ਉੱਤੇ ਹੋਰ ਭੈਣ ਭਰਾ ਹੈ, ਉਹਨਾਂ ਵਾਸਤੇ ਵੀ ਇੱਕ ਜਿਹੜੀ ਹੈ ਉਹ ਕੌਨਸ਼ੀਅਸਨੈਸ ਖੜੀ ਹੁੰਦੀ ਹੈ ਕਿ ਅਸੀਂ ਸਾਰੇ ਇੱਕ ਹਾਂ। ਔਰ ਫਿਰ ਜਦੋਂ ਕਦੀ ਇਕੱਠੇ ਹੁੰਦੇ ਨੇ, ਉਹ ਗੁਰੂ ਮਹਾਰਾਜ ਨੂੰ ਮਿਲਣ ਸਾਰੇ ਇਕੱਠੇ ਜਾਂਦੇ ਨੇ, ਤਾਂ ਉਦੋਂ ਕੀ ਹੁੰਦਾ ਕਿ ਇਹ ਆਲਰੇਡੀ ਇੱਕ ਦੂਸਰੇ ਨੂੰ ਜਾਣਦੇ ਨੇ। ਉਹਨਾਂ ਦੀ ਭਾਸ਼ਾ ਇੱਕ ਦੂਜੇ ਨਾਲ ਮਿਲਦੀ ਹੋਵੇ ਨਾ ਹੋਵੇ, ਉਹਨਾਂ ਦਾ ਕਲਚਰ ਮਿਲਦਾ ਹੋਵੇ ਨਾ ਹੋਵੇ, ਪਰ ਇੱਕ ਚੀਜ਼ ਜੋ ਉਹਨਾਂ ਨੂੰ ਜੋੜ ਰਹੀ ਹੈ ਉਹ ਹੈ ਗੁਰੂ। ਔਰ ਉਹਦੇ ਨਾਲ ਕਿਉਂਕਿ ਗੁਰਮੁਖੀ ਦੀ ਵੀ ਸਿੱਖਿਆ ਉੱਥੇ ਜ਼ਰੂਰੀ ਸੀ, ਔਰ ਗੁਰਮੁਖੀ ਦੀ ਸਿੱਖਿਆ ਵੀ ਦਿੱਤੀ ਜਾ ਰਹੀ ਸੀ।
ਹੁਣ ਇਹ ਜਿਹੜੇ ਵੱਖਰੇ ਵੱਖਰੇ ਪ੍ਰਾਂਤਾਂ ਦੇ ਵਿੱਚ ਮੰਜੀ ਇਸਟੈਬਲਿਸ਼ ਹੋਈਆਂ, ਵੱਖਰੀ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਉੱਥੇ ਉੱਥੇ ਗੁਰਮੁਖੀ ਦੀ ਸਿੱਖਿਆ ਵੀ ਹੋ ਰਹੀ ਸੀ। ਕੋਈ ਕਿਤੋਂ ਦਾ ਵੀ ਹੋਵੇ ਪਰ ਉਹਨੂੰ ਗੁਰਮੁਖੀ ਆਉਂਦੀ ਹੈ। ਸੋ ਜਦੋਂ ਹੁਣ ਸਿੱਖ ਇਕੱਠੇ ਹੁੰਦੇ ਆ, ਜੋ ਕਿ ਪਹਿਲਾਂ ਸ਼ਾਇਦ ਇੱਕ ਦੂਜੇ ਨਾਲ ਵਾਰਤਾਲਾਪ ਨਹੀਂ ਕਰ ਸਕਦੇ ਸੀ, ਉਹਨਾਂ ਦੀ ਲਿੰਗੁਇਸਟਿਕ ਬੈਰੀਅਰ ਦੇ ਕਰਕੇ, ਲੈਂਗੁਏਜ ਵੱਖਰੀ ਵੱਖਰੀ ਹੋਣ ਕਰਕੇ, ਪਰ ਹੁਣ ਕਿਉਂਕਿ ਗੁਰਮੁਖੀ ਸਭ ਦੀ ਸਾਂਝੀ ਹੈ ਤਾਂ ਇਸ ਕਰਕੇ ਉਹ ਇੱਕ ਦੂਸਰੇ ਨੂੰ ਜਾਣਦੇ ਆ, ਉਹ ਇੱਕ ਦੂਸਰੇ ਨੂੰ ਪਹਿਚਾਣਦੇ ਆ। ਸੋ ਇੱਕ ਤਰ੍ਹਾਂ ਨਾਲ ਇੱਕ ਕੁਟੁੰਬ, ਇੱਕ ਤਰ੍ਹਾਂ ਨਾਲ ਇੱਕ ਜਿਹੜਾ ਕਹਿ ਲਈਏ ਕਿ ਇੱਕ ਫੈਮਿਲੀ ਨੂੰ ਖੜਾ ਕਰਨ ਦਾ ਜਿਹੜਾ ਇੱਕ ਬੇਸ ਹੈ ਉਹ ਮੰਜੀਆਂ ਦੇ ਵਿੱਚ ਬਣਦਾ, ਮੰਜੀ ਸਿਸਟਮ ਤੇ ਬਣਦਾ। ਕਿਉਂਕਿ ਉਸ ਤੋਂ ਪਹਿਲਾਂ ਤੱਕ ਸੰਗਤ ਸਿਰਫ ਗੁਰੂ ਨਾਲ ਜੁੜੀ ਹੋਈ ਹੈ, ਹੁਣ ਸੰਗਤ ਇੱਕ ਦੂਜੇ ਨਾਲ ਵੀ ਜੁੜੀ ਹੈ ਔਰ ਗੁਰੂ ਨਾਲ ਵੀ ਜੁੜੀ ਹੈ, ਔਰ ਗੁਰੂ ਨੇ ਜੋ ਗੁਰਮੁਖੀ ਦਿੱਤੀ ਉਹਦੇ ਨਾਲ ਵੀ ਜੁੜੀ ਹੋਈ ਹੈ। ਔਰ ਇਸੇ ਤਰੀਕੇ ਨਾਲ ਹੀ ਹੌਲੀ ਹੌਲੀ ਅੱਗੇ ਚੱਲਦਿਆਂ ਹੋਇਆਂ ਜਦੋਂ ਸੰਗਤ ਜਿਹੜੀ ਹੈ ਉਹ ਗੁਰੂ ਸ਼ਬਦ ਦੇ ਨਾਲ ਵੀ ਜੁੜ ਜਾਂਦੀ ਹੈ। ਸੋ ਇਹ ਚੀਜ਼ਾਂ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਇੰਝ ਹੀ ਗੁਰੂ ਪਾਤਸ਼ਾਹ ਨੇ ਉੱਠ ਕੇ ਤੇ ਇਹ ਨਹੀਂ ਕਹਿ ਦਿੱਤਾ ਕਿ ਅੱਜ ਮੈਂ ਮੰਜੀਆਂ ਇਸਟੈਬਲਿਸ਼ ਕਰ ਰਿਹਾ, ਨਹੀਂ, ਉਹਦੇ ਪਿੱਛੇ ਇੱਕ ਪ੍ਰੋਪਰ ਪਲੈਨਿੰਗ ਸੀ, ਉਹਦੇ ਪਿੱਛੇ ਇੱਕ ਪ੍ਰੋਪਰ ਸਟ੍ਰੈਟਜੀ ਸੀ ਕਿ ਇਹਨਾਂ ਨੂੰ ਮੈਂ ਇਕੱਠਿਆਂ ਕਿੱਦਾਂ ਕਰਨਾ। ਔਰ ਇਹ ਜਿਹੜੇ ਦੱਬੇ ਕੁਚਲੇ ਲੋਕ ਹੈ, ਜਿਨ੍ਹਾਂ ਨੂੰ ਆਪਣਾ ਹੀ ਘਰ ਵਿਚਾਰਿਆਂ ਨੂੰ ਅਸਾਂ ਬਚਾਉਣਾ ਔਖਾ ਹੋਇਆ ਪਿਆ, ਇਹਨਾਂ ਨੂੰ ਮੈਂ ਕਿਸ ਤਰੀਕੇ ਨਾਲ ਖੜਾ ਕਰਨਾ ਕਿ ਇੱਕ ਸਮੇਂ 'ਤੇ ਜਾ ਕੇ ਆਪਣਾ ਰਾਜ ਵੀ ਕਰਨਗੇ। ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਦੇ ਉੱਤੇ ਮਿਸਾਲ ਹੈ। ਹੁਣ ਉਸ ਰਾਜ ਨੂੰ ਜਰਾ ਸਮਝ ਕੇ ਦੇਖੀਏ ਕਿ ਕੌਣ ਲੋਕ ਕਰ ਰਹੇ ਨੇ। ਉਹ ਕੋਈ ਜੱਦੀ ਪੁਸ਼ਤੀ ਰਈਸ ਲੋਕ ਨਹੀਂ ਨੇ, ਉਹ ਸਾਡੇ ਵਿੱਚੋਂ ਨਿਕਲੇ ਹੋਏ, ਗੁਰੂ ਮਹਾਰਾਜ ਦੇ ਥਾਪੇ ਹੋਏ ਖਾਲਸੇ ਦੇ ਵਿੱਚੋਂ ਨਿਕਲੇ ਹੋਏ ਲੋਕ ਨੇ, ਜੋ ਐਸਾ ਰਾਜ ਜਿਹੜਾ ਉਹ ਖੜਾ ਕਰ ਦਿੰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੈ, ਪਹਿਲਾ ਸਿੱਖ ਰਾਜ ਤਾਂ ਉਹੀ ਹੋਇਆ ਨਾ। ਉਹ ਕਿਸ ਤਰੀਕੇ ਨਾਲ ਇਹ ਜਿਹੜੇ ਦੱਬੇ ਕੁਚਲੇ ਲੋਕ, ਜੋ ਇੱਕ ਬੈਰਾਗੀ ਹੋ ਕੇ ਬੈਠਾ ਹੋਇਆ ਬੰਦਾ, ਉਸ ਨੂੰ ਉਹ ਲੈ ਕੇ ਆਉਂਦੇ ਨੇ ਔਰ ਉਹਦੀ ਬਕਾਇਦਾ ਜੋ ਇੱਕ ਸਪਿਰਿਚੁਅਲ ਟ੍ਰੇਨਿੰਗ ਹੈ ਉਹਦੇ ਥਰੂ ਉਹ ਇੱਕ ਐਸਾ ਰਾਜ ਖੜਾ ਕਰਦੇ ਨੇ ਜਿਹੜਾ ਆਪਣੇ ਆਪ ਦੇ ਵਿੱਚ ਮਿਸਾਲ ਬਣ ਗਿਆ। ਹੁਣ ਇਹ ਸਾਰੇ ਵਾਸਤੇ ਪ੍ਰੋਜੈਕਟ ਮੈਨੇਜਮੈਂਟ, ਪ੍ਰੋਜੈਕਟ ਐਡਮਿਨਿਸਟ੍ਰੇਸ਼ਨ, ਲੀਡਰਸ਼ਿਪ ਸਕਿੱਲਸ ਔਰ ਉਹਦੇ ਨਾਲ ਨਾਲ ਕਲੈਕਟਿਵ ਕੌਨਸ਼ੀਅਸਨੈਸ ਅਤੇ ਫਿਰ ਹਲੇਮੀ ਵੀ ਆਉਣੀ ਜ਼ਰੂਰੀ ਸੀ। ਸੋ ਇਹ ਜਿਹੜਾ ਸਾਡੇ 'ਚ ਉਹ ਹਲੇਮੀ ਆਈ ਨਿਸ਼ਕਾਮ ਸੇਵਾ ਦੇ ਨਾਲ, ਕਿਉਂਕਿ ਜਦੋਂ ਅਸੀਂ ਸੇਵਾ ਕਰਾਂਗੇ ਨਿਸ਼ਕਾਮ ਭਾਵ ਦੇ ਨਾਲ, ਸਾਡਾ ਮਨ ਨੀਵਾਂ ਹੁੰਦਾ ਜਾਊਗਾ, ਮੱਤ ਉੱਚੀ ਹੁੰਦੀ ਜਾਊਗੀ, ਜੋ ਇੱਕ ਸਾਡੇ ਕੋਲ ਪੈਰਾਮੀਟਰ ਹੈ ਆਪਣੇ ਕਿਰਦਾਰ ਨੂੰ ਪਰਖਣ ਦਾ। ਜਦੋਂ ਜਦੋਂ ਅਸੀਂ ਸੇਵਾ ਦੇ ਵਿੱਚੋਂ ਨਿਸ਼ਕਾਮ ਭਾਵਨਾ ਕੱਢੀ ਜਾਵਾਂਗੇ, ਸਾਡੇ 'ਚ ਉਹੀ ਸੇਵਾ ਹੰਕਾਰ ਬਣ ਕੇ ਚੱਲਣਾ ਸ਼ੁਰੂ ਕਰ ਦੂਗੀ ਕਿ ਮੈਂ ਤਾਂ ਇੰਨਾ ਕੰਮ ਕੀਤਾ, ਜੋ ਕਿ ਅੱਜ ਹੋ ਵੀ ਰਿਹਾ। ਬਹੁਤਾਤ ਦੇ ਵਿੱਚ ਜਿਹੜੇ ਸਿੱਖ ਸੇਵਾ ਕਰਦੇ ਨੇ ਉਹਨਾਂ ਦੇ ਵਿੱਚੋਂ ਮੈਜੋਰਿਟੀ ਜਿਹੜੇ ਹੈ ਉਹ ਇੱਕ ਗੱਲ ਹੀ ਬੋਲਦੇ ਆ ਬਾਰ-ਬਾਰ, ਮੈਂ ਤਾਂ ਇੰਨੇ ਘੰਟੇ ਗੁਰਦੁਆਰੇ ਸੇਵਾ ਕਰਦਾ। ਸਾਡੀਆਂ ਜਿਹੜੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ, ਅਗਰ ਆਪਾਂ ਧਿਆਨ ਨਾਲ ਦੇਖੀਏ ਤਾਂ ਮੈਂ ਬੜੇ ਗੁਰਦੁਆਰਿਆਂ, ਮੈਨੂੰ ਬੁਰਾ ਵੀ ਲੱਗਦਾ, ਬੜੇ ਗੁਰਦੁਆਰਿਆਂ ਦੇ ਵਿੱਚ ਮੈਂ ਇਸ ਤਰ੍ਹਾਂ ਵੀ ਵੇਖਿਆ ਕਿ ਜਿਹੜੇ ਗ੍ਰੰਥੀ ਸਿੰਘ ਹੁੰਦੇ ਆ ਉਹ ਕਮੇਟੀ ਮੈਂਬਰਾਂ ਨੇ ਚਾਹ ਬਣਾਉਣ ਨੂੰ ਰੱਖੇ ਹੁੰਦੇ ਆ। ਹੁਣ ਆਪਾਂ ਇਹ ਜ਼ਰਾ ਦੇਖੀਏ ਤੇ ਕਮੇਟੀ ਮੈਂਬਰਾਂ ਨੂੰ ਪੁੱਛੇ, ਇਹਨਾਂ ਨੇ ਕਹਿਣਾ ਜੀ ਗੁਰੂ ਘਰ ਦਾ ਦਾਸ, ਜੇ ਤੁਸੀਂ ਗੁਰੂ ਘਰ ਦੇ ਦਾਸ ਹੋ ਤੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਬਕਾਇਦਾ ਬਾਬਾ ਬੁੱਢਾ ਜੀ ਦੀ ਚੇਅਰ ਤੇ ਬੈਠੇ ਹੋਏ ਨੇ, ਕਿਉਂਕਿ ਸਭ ਤੋਂ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਨੇ, ਤੇ ਆਪਾਂ ਦਾਸ ਹੋ ਕੇ ਬਾਬਾ ਬੁੱਢਾ ਜੀ ਦੀ ਚੇਅਰ ਦੇ ਉੱਤੇ ਜੋ ਬੈਠਾ ਹੈ ਉਹਦੇ ਕੋਲੋਂ ਚਾਹ ਬਣਵਾਵਾਂਗੇ? ਨਹੀਂ। ਪਰ ਇਹ ਸਾਡਾ ਹੰਕਾਰ ਹੈ, ਅਸੀਂ ਸੇਵਾ ਨਹੀਂ ਕਰਦੇ, ਅਸੀਂ ਹੰਕਾਰ ਦੇ ਵਿੱਚ ਸੇਵਾ ਕਰਦੇ ਹਾਂ। ਸਾਨੂੰ ਲੱਗ ਰਿਹਾ ਹੁੰਦਾ ਕਿ ਅਸੀਂ ਉਹ ਸੇਵਾ ਦੇ ਵਿੱਚ ਹਾਂ, ਪਰ ਸਾਨੂੰ ਅੰਦਰੋਂ ਅਸੀਂ ਵੀ ਜਾਣਦੇ ਹਾਂ ਕਿ ਅਸੀਂ ਸਿਰਫ ਉਸ ਕੁਰਸੀ ਦੇ ਉੱਤੇ ਇਸ ਲਈ ਬੈਠੇ ਹਾਂ ਕਿਉਂਕਿ ਉਹ ਸਾਡੀ ਈਗੋ ਦੀ ਪੂਰਤੀ ਕਰਦੀ ਹੈ। ਔਰ ਇਹੋ ਜਿਹੀਆਂ ਜਦੋਂ ਆਪਾਂ ਇਹਨੂੰ ਦੇਖਾਂਗੇ ਨਾ ਕਿ ਸਾਡੇ ਇਹਦੇ ਵਿੱਚ ਸਾਡਾ ਨਿਗਾਰ ਕਿੱਥੇ ਆਇਆ, ਨਿਗਾਰ ਉੱਥੇ ਹੀ ਆਇਆ ਜਦੋਂ ਅਸੀਂ ਗੁਰੂ ਦੀਆਂ ਜਿਹੜੀਆਂ ਸਾਨੂੰ ਉਹਨਾਂ ਨੇ ਕੁਝ ਲੌਜਿਕਸ ਦਿੱਤੇ ਸੀ, ਸਾਡੇ ਕੁਝ ਸਿਧਾਂਤ ਦਿੱਤੇ ਸੀ, ਅਸੀਂ ਉਹਨਾਂ ਨੂੰ ਛੱਡਦੇ ਗਏ। ਸੋ ਹਲੇਮੀ ਰਾਜ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਨਿਸ਼ਕਾਮ ਸੇਵਾ ਦੇ ਨਾਲ ਨਿਸ਼ਕਾਮ ਭਾਵ ਨਹੀਂ ਆਉਂਦਾ, ਕਿਉਂਕਿ ਨਿਸ਼ਕਾਮ ਹੀ ਹੋ ਕੇ ਆਪਣਾ ਜਿਹੜਾ ਮਨ ਹੈ ਉਹ ਨੀਵਾਂ ਹੋ ਸਕਦਾ ਤੇ ਮੱਤ ਉੱਚੀ ਹੋ ਸਕਦੀ ਹੈ। ਤੇ ਅਗਰ ਆਪਾਂ ਇਹਨੂੰ ਉਲਟਾ ਕਰ ਲਈਏ ਕਿ ਨਿਸ਼ਕਾਮ ਨਹੀਂ ਹੈ, ਸਿਰਫ ਅਸੀਂ ਸੋਚਦੇ ਹਾਂ ਕਿ ਮੈਂ ਸੇਵਾ ਕੀਤੀ, ਕਿਉਂਕਿ ਨਿਸ਼ਕਾਮ ਤੋਂ ਬਿਨਾਂ ਕੋਈ ਸੇਵਾ ਹੁੰਦੀ ਨਹੀਂ। ਜਦੋਂ ਵੀ ਤੁਸੀਂ ਇਹ ਸੋਚੋਗੇ ਕਿ ਮੈਂ ਇਹ ਸੇਵਾ ਕੀਤੀ, ਇਹਦੇ ਬਦਲੇ ਮੈਨੂੰ ਇਹ ਮਿਲਣਾ ਚਾਹੀਦਾ, ਉਹ ਨਿਸ਼ਕਾਮ ਨਹੀਂ ਰਹਿ ਜਾਂਦੀ। ਜਦੋਂ ਸਾਡੀ ਕੋਈ ਕਾਮਨਾ ਵਿੱਚ ਆ ਜਾਏ ਉਹ ਨਿਸ਼ਕਾਮ ਨਹੀਂ ਰਹਿ ਜਾਂਦੀ, ਫਿਰ ਪੁੱਠਾ ਹੋ ਜਾਊਗਾ, ਹੈ ਨਾ। ਫਿਰ ਤੁਹਾਡੀ ਮੱਤ ਨੀਵੀਂ ਹੋ ਜਾਊਗੀ ਤੇ ਮਨ ਉੱਚਾ ਹੋ ਜਾਊਗਾ, ਹੰਕਾਰ ਉੱਚਾ ਹੋ ਜਾਊਗਾ ਔਰ ਕਰਮ ਨੀਵੇਂ ਹੁੰਦੇ ਜਾਣਗੇ। ਹੁਣ ਗੁਰੂ ਮਹਾਰਾਜ ਜਦੋਂ ਮੰਜੀਆਂ ਤੇ ਪੀੜੇ ਇਸਟੈਬਲਿਸ਼ ਕਰ ਰਹੇ ਨੇ, ਉਹ ਸਾਡੀ ਇਹ ਬਕਾਇਦਾ ਟ੍ਰੇਨਿੰਗ ਹੋਈ ਆ। ਜਦੋਂ ਜਿਹੜੇ ਮੰਜੀਆਂ ਦੇ ਉੱਤੇ ਜਿਨ੍ਹਾਂ ਨੂੰ ਇਸਟੈਬਲਿਸ਼ ਕੀਤੇ ਗਏ, ਜਿਹੜੇ ਮੰਜੀਆਂ ਦੇ ਭੇਜੇ ਗਏ, ਉਹਨਾਂ ਦੇ ਵਾਕਈ ਹੀ ਜਿਹੜੇ ਨੇ ਉਹ ਮਨ ਨੀਵੇਂ ਨੇ ਪਰ ਮੱਤ ਉੱਚੀ ਹੈ।
ਇਹੀ ਕਾਰਨ ਹੈ ਕਿ ਉਹ ਗੁਰੂ ਘਰ ਦੇ ਨਾਲ ਲੋਕਾਂ ਨੂੰ ਜੋੜ ਸਕੇ। ਹੁਣ ਇਹਦੇ ਵਿੱਚ ਅਗਲੀ ਗੱਲ ਜਿਹੜੀ ਆਪਾਂ ਕਰਨੀ ਹੈ ਉਹ ਹੈ ਪੀੜ੍ਹੀਆਂ ਦੀ। ਮੈਂ ਥੋੜ੍ਹਾ ਜਿਹਾ ਇੱਕ ਬਰੀਫ ਹਿੰਟ ਦਿੱਤਾ ਸੀ, ਕਿਉਂਕਿ ਇਹ ਜਦੋਂ ਦੇ ਵੇਲੇ ਦੀ ਗੱਲ ਹੈ, ਉਸ ਸਮੇਂ ਔਰਤਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰੋਜੈਕਟ ਹੁੰਦਾ ਸੀਗਾ, ਕਿਉਂਕਿ ਔਰਤ ਦੀ ਜਿਹੜੀ ਸਿਚੁਏਸ਼ਨ ਸੀ ਉਹ ਬਹੁਤ ਵਧੀਆ ਨਹੀਂ ਸੀ। ਦੋ ਹੀ ਧਰਮ ਸੀ, ਜਾਂ ਉਹ ਮੁਸਲਮਾਨ ਸੀ ਜਾਂ ਹਿੰਦੂ ਸੀ, ਜਿਹੜੇ ਉਸ ਟਾਈਮ ਦੇ ਉੱਤੇ ਆਪਣੀਆਂ ਲੇਡੀਜ਼ ਨੂੰ ਆਪਣੇ ਜਿਹੜੇ ਰੂਲਸ ਦੇ ਵਿੱਚ ਬੰਨ੍ਹ ਕੇ ਰੱਖ ਰਹੇ ਸੀਗੇ। ਤੋ ਕੁਛ ਜਗ੍ਹਾ ਦੇ ਉੱਤੇ ਕੁਛ ਔਰਤਾਂ ਦੀਆਂ, ਕਿਉਂਕਿ ਜਿਹੜੀਆਂ ਮੁਸਲਮਾਨ ਕਮਿਊਨਿਟੀ ਵਿੱਚ ਵੀ ਕਿਉਂਕਿ ਪਰਦਾ ਵੀ ਹੈ ਔਰ ਬਾਕੀ ਹੋਰ ਵੀ ਚੀਜ਼ਾਂ, ਕੁਛ ਜਗ੍ਹਾ ਦੇ ਉੱਤੇ ਇਹ ਵੀ ਪੜ੍ਹਨ ਨੂੰ ਆਉਂਦਾ ਹੈ ਕਿ ਜਦੋਂ ਔਰਤਾਂ ਘਰ 'ਚ ਇਕੱਲੀਆਂ ਹੁੰਦੀਆਂ ਔਰ ਅਗਰ ਕੋਈ ਦਰਵਾਜ਼ੇ 'ਤੇ ਆ ਕੇ ਖੜਕਾ ਦੇ ਤਾਂ ਔਰਤ ਉਸ ਦਰਵਾਜ਼ੇ ਨੂੰ ਜਾ ਕੇ ਖੋਲ੍ਹ ਵੀ ਨਹੀਂ ਸਕਦੀ ਕਿ ਕੌਣ ਆਇਆ। ਸੋ ਉਹਨੂੰ ਖੋਲ੍ਹਣ ਵਾਸਤੇ ਵੀ ਕੋਈ ਆਦਮੀ ਹੋਣਾ ਘਰ ਦੇ ਵਿੱਚ ਜ਼ਰੂਰੀ ਹੈ। ਦਰਵਾਜ਼ਾ ਖੋਲ੍ਹਣ ਲਈ ਵੀ ਆਦਮੀ ਕੋਈ ਘਰ 'ਚ ਹੋਣਾ ਜ਼ਰੂਰੀ ਹੈ। ਸੋ ਇਸ ਤਰੀਕੇ ਦੀ ਜਿਹੜੀ ਇੱਕ ਰਿਪਰੈਸਿਵ ਔਰ ਜਿਹਨੂੰ ਓਪਰੈਸਿਵ ਕਹਿ ਲਈਏ ਕਿ ਔਰਤਾਂ ਦੇ ਲਈ ਜਿਹੜੀ ਇੱਕ ਨਿਜ਼ਾਮ ਬਣਿਆ ਹੋਇਆ ਸੀ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਗੁਰੂ ਮਹਾਰਾਜ ਪੀੜ੍ਹੇ ਇਸਟੈਬਲਿਸ਼ ਕਰਦੇ ਨੇ। ਪੀੜ੍ਹੇ ਕੀ ਨੇ? ਉਹਨਾਂ ਨੇ ਔਰਤਾਂ ਨੂੰ ਵੀ ਜਿਸ ਤਰੀਕੇ ਨਾਲ ਮੰਜੀਆਂ ਦੇ ਉੱਤੇ ਮੰਜੀਆਂ ਇਸਟੈਬਲਿਸ਼ ਕਰਕੇ ਉਹਨਾਂ ਨੇ ਆਦਮੀਆਂ ਨੂੰ ਭੇਜਿਆ ਪ੍ਰੀਚ ਕਰਨ ਲਈ, ਆਪਣਾ ਪ੍ਰਚਾਰ ਕਰਨ ਦੇ ਲਈ, ਇਸੇ ਤਰੀਕੇ ਨਾਲ ਹੀ ਉਹਨਾਂ ਨੇ ਔਰਤਾਂ ਨੂੰ ਵੀ ਪੀੜ੍ਹੇ ਇਸਟੈਬਲਿਸ਼ ਕਰਕੇ ਅਤੇ ਔਰਤਾਂ ਨੂੰ ਵੀ ਪ੍ਰਚਾਰ ਕਰਨ ਲਈ ਭੇਜਿਆ। 146 ਐਸੇ ਜਿਹੜੇ ਸਿੰਘ ਸਿੰਘਣੀਆਂ ਜਿਨ੍ਹਾਂ ਨੂੰ ਉਹ ਪ੍ਰਚਾਰ ਲਈ ਭੇਜਦੇ ਨੇ, ਜਿਨ੍ਹਾਂ ਵਿੱਚੋਂ 94 ਆਦਮੀ ਨੇ ਔਰ 52 ਔਰਤਾਂ ਨੇ। ਹੁਣ ਸੰਗਤ ਜੀ ਧਿਆਨ ਦਈਏ, ਜਦੋਂ ਆਪਾਂ ਫੈਮਿਨਿਜ਼ਮ ਦੀ ਗੱਲ ਕਰਦੇ ਹਾਂ ਨਾ, ਤਾਂ ਫੈਮਿਨਿਜ਼ਮ ਸਾਨੂੰ ਗੁਰੂ ਘਰ ਤੋਂ ਜ਼ਿਆਦਾ ਪਿਓਰ ਫੈਮਿਨਿਜ਼ਮ ਕਿਤੇ ਹੋਰ ਨਹੀਂ ਲੱਭ ਸਕਦਾ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਫੈਮਿਨਿਸਟ ਆਈਡੀਓਲੋਜੀ, ਕਿ ਅਸੀਂ ਪੈਟਰੀਆਰਕੀ ਦੇ ਖਿਲਾਫ ਖੜ੍ਹੇ ਹਾਂ, ਅਤੇ ਪੈਟਰੀਆਰਕੀ ਦੇ ਖਿਲਾਫ ਸਭ ਤੋਂ ਪਹਿਲਾਂ ਅਗਰ ਕੋਈ ਖੜ੍ਹਾ ਹੁੰਦਾ ਤਾਂ ਉਹ ਗੁਰੂ ਨਾਨਕ ਦਾ ਘਰ ਖੜ੍ਹਾ ਹੁੰਦਾ। ਸਭ ਤੋਂ ਪਹਿਲਾਂ ਅਗਰ ਕਿਸੇ ਵੀ ਚੀਜ਼ ਦੇ ਉੱਪਰ ਜੋ ਇਹ ਜਿਸ ਤਰ੍ਹਾਂ ਦੇ ਵੀ ਰੀਤੀ ਰਿਵਾਜ ਸੀ ਜਿਹਦੇ ਨਾਲ ਔਰਤ ਨੂੰ ਦੱਬ ਕੇ ਰੱਖਿਆ ਗਿਆ ਸੀ, ਉਹ ਸਿਰਫ ਅਤੇ ਸਿਰਫ ਗੁਰੂ ਨਾਨਕ ਦਾ ਘਰ ਆਵਾਜ਼ ਬੁਲੰਦ ਕਰਦਾ। ਹੁਣ ਜਦੋਂ ਪੀੜ੍ਹੇ ਇਸਟੈਬਲਿਸ਼ ਹੁੰਦੇ ਆ, ਉਸ ਤੋਂ ਜਿਹੜਾ ਜਦੋਂ ਆਪਾਂ ਪੀੜ੍ਹੀਆਂ ਦੀ ਗੱਲ ਸਮਝਦੇ ਹਾਂ ਕਿ ਗੁਰੂ ਮਹਾਰਾਜ ਨੇ ਪੀੜ੍ਹੇ ਇਸਟੈਬਲਿਸ਼ ਕੀਤੇ, ਗੱਲ ਕਰਨੀ ਜ਼ਰੂਰੀ ਕਿਉਂ ਹੈ? ਕਿਉਂਕਿ ਔਰਤਾਂ ਦੇ ਹੱਕਾਂ ਦੀ ਆਵਾਜ਼ ਜਦੋਂ ਆਪਾਂ ਗੁਰੂ ਘਰ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਾਨੂੰ ਪਤਾ ਲੱਗਦਾ ਕਿ ਗੁਰੂ ਘਰ ਨੇ, ਗੁਰੂ ਨਾਨਕ ਦੇ ਘਰ ਨੇ ਇਹ ਸਾਰੀਆਂ ਹੀ ਗੱਲਾਂ ਜੋ ਉਸ ਤੋਂ ਬਾਅਦ ਕੁਝ ਸਦੀਆਂ ਬਾਅਦ ਆ ਕੇ ਲੋਕਾਂ ਨੇ ਕਹਿਣੀਆਂ ਸ਼ੁਰੂ ਕੀਤੀਆਂ, ਇਹ ਹੋਣੀਆਂ ਚਾਹੀਦੀਆਂ ਸੀ। ਔਰ ਉਹਨਾਂ ਨੂੰ ਆਪਾਂ ਬੜੇ ਹੀ ਕਨਵੀਨੀਐਂਟਲੀ ਜਾਂ ਤਾਂ ਗੋਰਿਆਂ ਦੇ ਨਾਲ ਲਗਾ ਦਿੱਤਾ ਕਿ ਗੋਰਿਆਂ ਨੇ ਕੀਤਾ, ਅਤੇ ਜਾਂ ਫਿਰ ਰਾਜਾ ਰਾਮ ਮੋਹਨ ਰਾਏ ਹੋਣਾ ਵਰਗਿਆਂ ਦੇ ਨਾਲ ਲਾ ਦਿੱਤਾ। ਪਰ ਉਹ ਗੱਲਾਂ ਆਲਰੇਡੀ ਸਿੱਖਾਂ 'ਚ ਹੋ ਰਹੀਆਂ ਸੀ। ਸਿੱਖ ਇਸ ਗੱਲ ਦਾ ਪ੍ਰਚਾਰ ਨਹੀਂ ਕਰ ਸਕੇ, ਇਹ ਸਿੱਖਾਂ ਦੀ ਗਲਤੀ ਹੈ। ਇਹ ਸਿੱਖਾਂ ਦਾ, ਮੈਂ ਇਹ ਕਹਾਂਗੀ ਕਿ ਉਹਨਾਂ ਦੀ ਮੁਸ਼ਕਲ ਹੈ, ਜਾਂ ਉਸ ਸਮੇਂ ਕੋਈ ਐਸਾ ਮਾਹੌਲ ਨਹੀਂ ਸੀ, ਕਿਉਂਕਿ ਉਹ ਤਾਂ ਹਮੇਸ਼ਾ ਜੰਗਾਂ ਯੁੱਧਾਂ 'ਚ ਰਹਿੰਦੇ ਸੀ। ਪਰ ਜੋ ਵੀ ਹੈ, ਅਸੀਂ ਆਪਣੀ ਜ਼ਿੰਮੇਦਾਰੀ ਤੋਂ ਨਹੀਂ ਭੱਜ ਸਕਦੇ। ਗੁਰੂ ਘਰ ਦੇ ਵਿੱਚ ਜਦੋਂ ਗੁਰੂ ਮਹਾਰਾਜ ਬਕਾਇਦਾ, ਕਿਉਂਕਿ ਉਸ ਵੇਲੇ ਵਿਡੋ ਰੀਮੈਰਿਜ ਦਾ ਸਿਸਟਮ ਕੋਈ ਨਹੀਂ ਸੀ। ਅੱਜ ਵੀ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਵਰਿੰਦਾਵਨ 'ਚ ਜਾ ਕੇ ਆਪਣੇ ਸਿਰ ਮੰਡਵਾਉਂਦੀਆਂ ਨੇ ਅੱਜ ਵੀ, ਔਰ ਉਹ ਸਾਦੇ ਕੱਪੜੇ, ਚਿੱਟੇ ਕੱਪੜੇ ਪਾਉਂਦੀਆਂ ਨੇ ਔਰ ਹਮੇਸ਼ਾ ਸਾਰੀ ਜ਼ਿੰਦਗੀ ਇੱਕ ਸਾਦਾ ਖਾਣਾ ਖਾਂਦੀਆਂ ਨੇ। ਉਹ ਤੁਸੀਂ ਉੱਥੇ ਬਕਾਇਦਾ ਦੇਖ ਸਕਦੇ ਹੋ। ਇਹ ਮੈਂ ਕੋਈ ਅੱਤ ਕਥਨੀ ਨਹੀਂ ਕਹਿ ਰਹੀ, ਅੱਜ ਵੀ ਇਸ ਤਰ੍ਹਾਂ ਹੋ ਰਿਹਾ। ਅੱਜ ਵੀ ਦੇਵਦਾਸੀ ਪ੍ਰਥਾ ਹੈ ਹਿੰਦੁਸਤਾਨ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ। ਗੁਰੂ ਮਹਾਰਾਜ ਵਿਡੋ ਰੀਮੈਰਿਜ ਦੇ ਲਈ ਵੀ ਆਵਾਜ਼ ਚੁੱਕਦੇ ਨੇ ਕਿ ਕੋਈ ਵੀ ਅਗਰ ਉਹ ਵਿਧਵਾ ਹੋ ਜਾਂਦੀ ਹੈ ਤਾਂ ਬਕਾਇਦਾ ਉਹਨੂੰ ਵਿਆਹ ਕਰਨ ਦਾ ਹੱਕ ਹੈ। ਗੁਰੂ ਅਮਰਦਾਸ ਪਾਤਸ਼ਾਹ ਔਰ ਉਸ ਦੇ ਨਾਲ ਹੀ ਜਿਹੜੀ ਇੱਕ ਸਤੀ ਸਿਸਟਮ ਚੱਲਦਾ ਸੀ ਕਿ ਸਤੀ ਹੋ ਜਾਣਾ, ਗੁਰੂ ਮਹਾਰਾਜ ਉਹਦੇ ਖਿਲਾਫ ਵੀ ਆਵਾਜ਼ ਚੁੱਕਦੇ ਨੇ। ਔਰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਜੋ ਆਪਾਂ ਗੁਰਬਾਣੀ ਦਾ ਹਵਾਲਾ ਲੈਂਦੇ ਹਾਂ ਤਾਂ ਗੁਰਬਾਣੀ ਕਹਿੰਦੀ ਆ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਨਾਨਕ ਸਤੀਆਂ ਜਾਣੀਐ ਜੇ ਬਿਰਹੇ ਚੋਟ ਮਰਨ, ਪੀਸੋ ਸਤੀਆਂ ਜਾਣੀਐ ਸੀਲ ਸੰਤੋਖ ਰਹਿਣ, ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਣ। ਹੁਣ ਗੁਰੂ ਮਹਾਰਾਜ ਸਤੀਆਂ ਦਾ ਬਕਾਇਦਾ ਕਿ ਸਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਹੁਣ ਉਹ ਇਹ ਕਹਿ ਦਿੰਦੇ ਕਿ ਸਤੀ ਉਹ ਨਹੀਂ ਹੈ ਜੋ ਜਾ ਕੇ ਆਪਣੇ ਜੋ ਜੀਂਦਿਆਂ ਜਲ ਜਾਂਦੀ ਹੈ। ਮੈਨੂੰ ਲੱਗਦਾ ਕਿ ਸੰਗਤ ਦੇ ਵਿੱਚ ਬਹੁਤਿਆਂ ਨੂੰ ਸਤੀ ਦਾ ਮਤਲਬ ਪਤਾ ਹੋਊਗਾ। ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਤੱਕ ਅੰਗਰੇਜ਼ਾਂ ਨੇ ਸਤੀ ਦਾ ਅਬੋਲਿਸ਼ ਕਰਨ ਦੇ ਲਈ ਇੱਕ ਲਾਅ ਪਾਸ ਨਹੀਂ ਕੀਤਾ, ਉਦੋਂ ਤੱਕ
ਜਦੋਂ ਕਿਸੇ ਔਰਤ ਦਾ ਪਤੀ ਮਰ ਜਾਇਆ ਕਰਦਾ ਸੀ ਤਾਂ ਉਸ ਔਰਤ ਨੂੰ ਜ਼ਿੰਦਾ ਉਹਦੀ ਲਾਸ਼ ਦੇ ਉੱਤੇ ਉਹਦੀ ਜਿਹੜੀ ਅਰਥੀ ਹੁੰਦੀ ਹੈ ਜਾਂ ਜਿਹੜਾ ਸਿਵਾ ਹੁੰਦਾ ਉਹਦੇ ਉੱਤੇ ਬਿਠਾ ਦਿੱਤਾ ਜਾਂਦਾ ਸੀ, ਔਰ ਜ਼ਿੰਦਾ ਉਹ ਔਰਤ ਜਿਹੜੀ ਉਸ ਸਿਵੇ ਦੇ ਨਾਲ ਜਲ ਜਾਇਆ ਕਰਦੀ ਸੀ। ਇਹ ਸਤੀ ਹੁੰਦੀ ਹੈ। ਹੁਣ ਅੱਜ ਵੀ ਪੰਜਾਬ ਵਿੱਚ ਵੀ ਤੁਸੀਂ ਜਾਓ ਤੇ ਬਹੁਤ ਸਾਰੇ ਘਰ ਐਸੇ ਨੇ ਜਿਹੜੇ ਅੱਜ ਵੀ ਸਤੀਆਂ ਪੂਜਣ ਜਾਂਦੇ ਆ। ਮੈਨੂੰ ਕਦੇ ਸਮਝ ਨਹੀਂ ਲੱਗੀ ਕਿ ਤੁਸੀਂ ਇੱਕ ਐਸੀ ਘਿਨੌਣੀ ਪ੍ਰਥਾ ਜਿਹਦੇ ਵਿੱਚ ਇੱਕ ਔਰਤ ਨੂੰ ਜ਼ਿੰਦਾ ਸਾੜ ਦਿੱਤਾ ਜਾਵੇ, ਤੁਸੀਂ ਉਹਨੂੰ ਗਲੋਰੀਫਾਈ ਕਿੱਦਾਂ ਕਰ ਸਕਦੇ ਆ। ਔਰ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਗੱਲ ਹੈ ਕਿ ਉਹ ਔਰਤ ਸਤੀ ਨਹੀਂ ਜਿਹੜੀ ਜਿੰਦਾ ਜਲ ਜਾਏ। ਸਤੀ ਕੌਣ ਹੈ? ਜਿਹੜੀ ਉਸ ਦੇ ਬਿਰਹਾ ਦੇ ਵਿੱਚ ਜਲੇ। ਹੁਣ ਜਿਹੜੀ ਉਸ ਦੇ ਬਿਰਹਾ ਦੇ ਵਿੱਚ ਜਲੇ, ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਗੁਰਬਾਣੀ ਦੇ ਵਿੱਚ ਕੈਟਾਗਰੀਜ਼ ਨਹੀਂ ਹੈ। ਆਦਮੀ ਔਰਤ ਦੀ ਗੱਲ ਨਹੀਂ ਹੈ ਕਿ ਸਿਰਫ ਔਰਤ ਹੀ ਜਲੇ। ਹੁਣ ਜਦੋਂ ਉਹ ਕਹਿੰਦੇ ਨੇ ਕਿ ਉਹਦੇ ਬਿਰਹਾ ਦੇ ਵਿੱਚ ਜਲੇ, ਤੇ ਉਹਦਾ ਮਤਲਬ ਹੈ ਕਿ ਉਹ ਜਿਹੜੇ ਆਦਮੀ ਹੈ ਉਹ ਵੀ, ਔਰ ਜਿਹੜੀਆਂ ਔਰਤਾਂ, ਕਿਉਂਕਿ ਦੋਨਾਂ ਆਦਮੀ ਤੇ ਔਰਤ ਦੋਨਾਂ ਨੂੰ ਹੀ ਉਹਨਾਂ ਨੇ ਜੀਵ ਇਸਤਰੀ ਕਿਹਾ ਹੈ। ਸੋ ਜਿਹੜੀ ਜੀਵ ਇਸਤਰੀ ਹੈ, ਜਦੋਂ ਆਪਣੇ ਪਤੀ ਜਿਹੜਾ ਪਰਮੇਸ਼ਰ ਹੈ, ਜੋ ਪਰਮਾਤਮਾ ਹੈ, ਉਹਨੂੰ ਜੋ ਪਤੀ ਮੰਨਦੀ ਹੈ, ਉਹਦੇ ਬਿਰਹਾ ਦੇ ਵਿੱਚ ਜਲਦੀ ਹੈ, ਉਹਨੂੰ ਸਤੀ ਕਿਹਾ ਗਿਆ। ਸੋ ਸਤੀ ਆਦਮੀ ਵੀ ਹੈ ਇਸ ਜ਼ਮਾਨੇ ਦੇ ਵਿੱਚ। ਸਤੀ ਗੁਰਬਾਣੀ ਦੇ ਅਕੋਰਡਿੰਗ ਆਦਮੀ ਵੀ ਹੈ, ਔਰਤ ਵੀ ਹੈ, ਪਰ ਉਦੋਂ ਜਦੋਂ ਉਹ ਉਸ ਦੇ ਬਿਰਹਾ ਦੇ ਵਿੱਚ ਜਲਦਾ ਹੈ, ਜਦੋਂ ਉਸ ਨੂੰ ਪਾਉਣ ਦੇ ਲਈ ਲੋਚਦਾ ਹੈ। ਆਪਣੇ ਜਿਹੜਾ ਦੁਨਿਆਵੀ ਪਤੀ ਹੈ, ਕਿਉਂਕਿ ਇੱਕ ਜਿਹੜੀ ਕੈਟਾਗਰੀ ਹੈ ਕਿ ਪਤੀ ਵੱਡਾ ਹੈ ਤੇ ਪਤਨੀ ਛੋਟੀ ਹੈ, ਤਾਂ ਹੀ ਤਾਂ ਉਹਨਾਂ ਨੂੰ ਜਲਾ ਦਿੱਤਾ ਜਾਂਦਾ ਸੀ ਨਾ, ਕਿ ਪਤੀ ਖਤਮ ਹੋ ਗਿਆ, ਹੁਣ ਇਹਦਾ ਕੀ ਕੰਮ ਹੈ, ਤੋ ਇਹਨੂੰ ਵੀ ਨਾਲ ਹੀ ਸਾੜ ਦਿਓ। ਸੋ ਇਹੋ ਜਿਹੀਆਂ ਜਿਹੜੀਆਂ ਕੁਰੀਤੀਆਂ ਨੇ, ਉਹ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ ਜਾਂਦੀ ਹੈ। ਔਰ ਇਸ ਆਵਾਜ਼ ਨੂੰ ਹੋਰ ਬੁਲੰਦ ਕਰਨ ਦੇ ਲਈ ਗੁਰੂ ਮਹਾਰਾਜ ਬਕਾਇਦਾ ਪੀੜ੍ਹੇ ਇਸਟੈਬਲਿਸ਼ ਕਰਦੇ ਨੇ, ਔਰ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਜ਼ਿੰਮੇਵਾਰੀ ਦਿੰਦੇ ਨੇ। ਜਿੱਥੇ ਅਸੀਂ ਅੱਜ ਕਹਿ ਰਹੇ ਹਾਂ ਈਕੁਅਲ ਪੇ ਐਂਡ ਈਕੁਅਲ ਐਵਰੀਥਿੰਗ, ਵਨ ਜੈਂਡਰ ਵਨ ਪੇ, ਅੱਜ ਕਹਿ ਰਹੇ ਹਾਂ, ਗੁਰੂ ਮਹਾਰਾਜ ਉਦੋਂ ਹੀ ਕਰ ਦਿੰਦੇ ਨੇ ਕਿ ਜੈਂਡਰ ਵੀ ਕੋਈ ਵੀ ਹੋਵੇ, ਈਕੁਅਲ ਜੈਂਡਰ, ਆਦਮੀ ਔਰਤ ਦੋਵੇਂ ਬਰਾਬਰ ਹੈ, ਦੋਵੇਂ ਇੱਕੋ ਤਰ੍ਹਾਂ ਦੀਆਂ ਰਿਸਪੌਂਸਿਬਿਲਿਟੀਜ਼ ਲੈਣ ਨੂੰ ਤਿਆਰ ਨੇ। ਔਰ ਦੇਖੋ, ਅਗਰ ਆਦਮੀ ਲੰਗਰ ਚਲਾ ਰਹੇ ਨੇ, ਮੰਜੀਆਂ ਦੇ ਉੱਤੇ ਜਿਹੜੀਆਂ ਐਸਟੈਬਲਿਸ਼ ਹੋਈਆਂ, ਉੱਥੇ ਉਹ ਲੰਗਰ ਚਲਾ ਰਹੇ ਨੇ, ਔਰ ਬਕਾਇਦਾ ਜੋ ਦਸਵੰਧ ਭੇਟ ਹੁੰਦਾ ਹੈ ਸੰਗਤ ਵੱਲੋਂ, ਉਹਦਾ ਉਹ ਪੂਰਾ ਉਹਦਾ ਅਕਾਊਂਟ ਰੱਖਦੇ ਨੇ ਉਹਦਾ, ਔਰ ਜੋ ਲੰਗਰ ਲਈ ਇਸਤੇਮਾਲ ਹੋਇਆ ਠੀਕ, ਬਾਕੀ ਉਹ ਗੋਇੰਦਵਾਲ ਸਾਹਿਬ ਭੇਜਦੇ ਨੇ। ਇਸੇ ਤਰੀਕੇ ਨਾਲ ਔਰਤਾਂ ਵੀ ਤਾਂ ਇਹੀ ਐਡਮਿਨਿਸਟ੍ਰੇਸ਼ਨ ਕਰ ਰਹੀਆਂ ਨੇ। ਜੇ ਆਦਮੀਆਂ ਦੀ ਪ੍ਰੈਕਟਿਸ ਹੋ ਰਹੀ ਹੈ ਪ੍ਰੋਜੈਕਟ ਮੈਨੇਜਮੈਂਟ ਦੀ, ਤਾਂ ਔਰਤਾਂ ਦੀ ਵੀ ਤਾਂ ਪ੍ਰੋਜੈਕਟ ਮੈਨੇਜਮੈਂਟ ਦੀ ਪ੍ਰੈਕਟਿਸ ਹੋ ਰਹੀ ਹੈ। ਆਦਮੀਆਂ ਨੂੰ ਲੀਡਰਸ਼ਿਪ ਕੁਆਲਿਟੀਜ਼ ਮਿਲ ਰਹੀਆਂ ਤੇ ਔਰਤਾਂ ਨੂੰ ਵੀ ਲੀਡਰਸ਼ਿਪ ਕੁਆਲਿਟੀਜ਼ ਮਿਲ ਰਹੀਆਂ ਨੇ। ਸੋ ਦੋਨੋਂ ਹੀ ਵਿੱਚ ਗੁਰੂ ਮਹਾਰਾਜ ਇਹ ਨਹੀਂ ਕਹਿੰਦੇ ਕਿ ਤੁਸੀਂ ਸਿਰਫ ਔਰਤਾਂ ਹੋ, ਸੋ ਇਸ ਕਰਕੇ ਤੁਸੀਂ ਸਿਰਫ ਸੰਗਤ ਦਾ ਹਿੱਸਾ ਹੋ ਸਕਦੀਆਂ ਹੋ ਨਾ। ਗੁਰੂ ਮਹਾਰਾਜ ਬਕਾਇਦਾ ਪੀੜ੍ਹੇ ਇਸਟੈਬਲਿਸ਼ ਕਰਕੇ ਉਹਨਾਂ ਨੂੰ ਉਹੀ ਰਿਸਪੌਂਸਿਬਿਲਿਟੀਜ਼ ਦਿੰਦੇ ਨੇ ਜੋ ਆਦਮੀਆਂ ਨੂੰ ਦਿੱਤੀਆਂ ਜਾਂਦੀਆਂ। ਉਹਨਾਂ ਨੂੰ ਉਹੀ ਸਭ ਕੁਝ ਕਰਨਾ ਹੈ ਜੋ ਆਦਮੀ ਕਰ ਰਹੇ ਨੇ, ਔਰ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਦਾ ਇੱਕ ਬਣਦਾ ਮਾਨ ਸਤਿਕਾਰ ਹੈ, ਉਹ ਵੀ ਉਹਨਾਂ ਨੂੰ ਉਵੇਂ ਹੀ ਮਿਲ ਰਿਹਾ ਜਿਵੇਂ ਆਦਮੀਆਂ ਨੂੰ ਮਿਲ ਰਿਹਾ। ਸੋ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਗੁਰੂ ਮਹਾਰਾਜ ਉਹਨਾਂ ਵਿੱਚ ਬਾਇਸ ਨਹੀਂ ਰਹਿੰਦੇ, ਜਾਂ ਉਹਨਾਂ ਨੂੰ ਕੋਈ ਡਿਫਰੈਂਸ਼ੀਏਟ ਨਹੀਂ ਕਰਦੇ ਕਿ ਆਦਮੀ ਹੈ ਤੇ ਔਰਤ ਹੈ। ਹੁਣ ਇਹਦੇ ਵਿੱਚੋਂ ਸਾਡੇ ਕੋਲ ਜੋ ਇਹਦਾ ਪ੍ਰੋਡਕਟ ਨਿਕਲ ਕੇ ਆਉਂਦਾ, ਉਹ ਸਾਨੂੰ ਮਾਈ ਭਾਗ ਕੌਰ ਦੇ ਰੂਪ ਦੇ ਵਿੱਚ ਨਜ਼ਰ ਆਉਂਦਾ। ਮਾਈ ਭਾਗ ਕੌਰ ਉਹ ਜੰਗ ਦੇ ਵਿੱਚ ਜੂਝਦੇ ਵੀ ਨੇ, ਔਰ ਉਸ ਤੋਂ ਬਾਅਦ ਉਹ ਪ੍ਰਚਾਰ ਵੀ ਕਰਦੇ ਨੇ ਬਕਾਇਦਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹਜ਼ੂਰ ਸਾਹਿਬ ਜਾਂਦੇ ਨੇ, ਉਸ ਤੋਂ ਬਾਅਦ ਬਿਦਰ ਦੇ ਵਿੱਚ ਅੱਜ ਵੀ ਉਹਨਾਂ ਦਾ ਗੁਰਦੁਆਰਾ ਹੈ, ਜਿੱਥੇ ਉਹਨਾਂ ਨੇ ਬਕਾਇਦਾ ਉੱਥੇ ਰਹਿ ਕੇ ਤੇ ਪ੍ਰਚਾਰ ਕੀਤਾ। ਸੋ ਜਿਹੜੇ ਸੰਤ ਸਿਪਾਹੀ, ਜੇ ਆਦਮੀ ਸੰਤ ਸਿਪਾਹੀ ਬਣ ਰਿਹਾ ਤੇ ਇੱਧਰ ਔਰਤ ਵੀ ਸੰਤ ਸਿਪਾਹੀ ਬਣ ਰਹੀ ਹੈ, ਔਰਤ ਨੂੰ ਵੀ ਪਾਤਸ਼ਾਹ ਸੰਤ ਸਿਪਾਹੀ ਹੀ ਬਣਾ ਰਹੇ ਨੇ। ਸੋ ਸਾਨੂੰ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਜੇਕਰ ਅਸੀਂ ਔਰਤਾਂ, ਹੁਣ ਮੈਂ ਸਿਰਫ ਔਰਤਾਂ ਨੂੰ ਹੀ ਮੁਖਾਤਿਬ ਹਾਂ, ਜੇਕਰ ਅਸੀਂ ਔਰਤਾਂ ਕਿਸੇ ਵੀ ਤਰੀਕੇ ਨਾਲ ਇਹ ਸੋਚਦੀਆਂ ਹਾਂ ਕਿ ਸਾਡੇ ਹੱਕ ਬਰਾਬਰ ਹੋਣੇ ਚਾਹੀਦੇ ਨੇ, ਜੇ ਅਸੀਂ ਇਹ ਸੋਚਦੀਆਂ ਹਾਂ ਕਿ ਫੈਮਿਨਿਜ਼ਮ ਜਾਂ ਫੈਮਿਨਿਸਟ ਥਿਊਰੀ ਕਿਤੋਂ ਤੱਕ ਵੀ ਲਾਗੂ ਕੀਤੀ ਜਾ ਸਕਦੀ ਹੈ, ਤਾਂ ਸਾਨੂੰ ਗੁਰੂ ਦਾ ਘਰ, ਗੁਰੂ ਦਾ ਦਰ ਹੀ ਅਪਣਾਉਣਾ ਪਊਗਾ, ਕਿਉਂਕਿ ਇਹੀ ਉਹ ਰਸਤਾ ਹੈ ਜਿਹਦੇ ਨਾਲ, ਜਿਹੜਾ ਪਹਿਲੇ ਦਿਨ ਤੋਂ ਸਾਨੂੰ ਬਰਾਬਰੀ ਦੇ ਉੱਤੇ ਰੱਖਦਾ, ਜਿਹਦੇ ਵਿੱਚ ਬਾਅਦ ਵਿੱਚ ਰਿਫੋਰਮੇਸ਼ਨਸ ਨਹੀਂ ਆਈਆਂ। ਬਹੁਤ ਸਾਰੇ ਧਰਮਾਂ ਵਿੱਚ ਬਾਅਦ 'ਚ ਰਿਫੋਰਮੇਸ਼ਨਸ ਆਈਆਂ, ਉਹਨਾਂ ਨੇ ਬਾਅਦ ਵਿੱਚ ਫਿਰ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿਵਾਉਣ ਦੇ ਲਈ ਫਾਈਟ ਹੋਈ, ਲੜਾਈ ਹੋਈ, ਜਿਸ ਤਰੀਕੇ ਨਾਲ ਜਿੱਦਾਂ ਕ੍ਰਿਸਚਨ ਕਮਿਊਨਿਟੀ ਵਿੱਚ ਹੋਈ ਹੈ।
ਸਿੱਖਾਂ ਦੇ ਵਿੱਚ ਇਸ ਤਰ੍ਹਾਂ ਕੁਝ ਨਹੀਂ ਹੋਇਆ। ਸਿੱਖਾਂ ਦੇ ਗੁਰੂ ਨੇ ਹੀ ਦੋਨਾਂ ਨੂੰ ਬਰਾਬਰ ਰੱਖਿਆ। ਸੋ ਗੁਰੂ ਨਾਨਕ ਤੋਂ ਹੀ ਔਰਤ ਦਾ ਜਿਹੜਾ ਰੁਤਬਾ ਹੈ ਉਹ ਬਰਾਬਰ ਹੈ। ਸੋ ਅਸੀਂ ਬੜੀਆਂ ਖੁਸ਼ਕਿਸਮਤ ਹਾਂ ਕਿ ਸਾਨੂੰ ਗੁਰੂ ਨਾਨਕ ਨੇ ਆਪਣੇ ਘਰ 'ਚ ਜਨਮ ਲੈਣ ਦਾ ਮੌਕਾ ਦਿੱਤਾ। ਪਰ ਹੁਣ ਸਾਡੇ ਕੋਲ ਝੁਕ ਕਿੱਥੇ ਹੋ ਰਹੀ ਹੈ? ਅਸੀਂ ਆਪਣੀ ਇੱਕ ਪਤਾ ਨਹੀਂ ਕਿਹੜੀ ਸ਼ੋਹਰਤ ਜਾਂ ਕਿਸ ਤਰੀਕੇ ਦੀ, ਮੈਨੂੰ ਨਹੀਂ ਸਮਝ ਆਉਂਦੀ ਸਾਡੀ ਕੀ ਮੈਂਟੈਲਿਟੀ ਹੈ ਕਿ ਅਸੀਂ ਇਸ ਘਰ ਤੋਂ ਦੂਰ ਹੋ ਕੇ ਤੇ ਇਹ ਸੋਚਦੇ ਹਾਂ ਕਿ ਸ਼ਾਇਦ ਅਸੀਂ ਫੈਮਿਨਿਜ਼ਮ ਵੱਲ ਜਾ ਰਹੇ ਹਾਂ। ਅਸੀਂ ਫੈਮਿਨਿਜ਼ਮ ਤੋਂ ਦੂਰ ਜਾ ਰਹੇ ਹਾਂ ਅਗਰ ਅਸੀਂ ਧਿਆਨ ਨਾਲ ਦੇਖੀਏ। ਤੇ ਹੁਣ ਜਦੋਂ ਮਾਈ ਭਾਗ ਕੌਰ ਦਾ ਆਪਾਂ ਐਗਜ਼ਾਮਪਲ ਲੈਂਦੇ ਹਾਂ ਤਾਂ ਮਾਈ ਭਾਗ ਕੌਰ ਜਿਹੜੇ ਨੇ ਉਹ ਬਕਾਇਦਾ ਹਿਸਟਰੀ ਦਾ ਇੱਕ ਐਸਾ ਨਾਮ ਹੈ, ਹਿਸਟਰੀ ਦਾ ਇੱਕ ਐਸਾ ਚਿਹਰਾ ਹੈ ਜਿਹਦਾ ਸਾਨੀ ਕੋਈ ਹੋਰ ਲੱਭਦਾ ਨਹੀਂ, ਕਿਉਂਕਿ ਉਹਨਾਂ ਨੇ ਸੇਵਾ ਵੀ ਕੀਤੀ ਹੈ, ਨਿਸ਼ਕਾਮ ਸੇਵਾ ਵੀ ਕੀਤੀ ਹੈ। ਉਹਨਾਂ ਨੇ ਜੰਗ ਦੇ ਵਿੱਚ ਤਲਵਾਰ ਵੀ ਉਠਾਈ ਹੈ, ਕਿਰਪਾਨ ਵੀ ਉਠਾਈ ਹੈ, ਔਰ ਬਕਾਇਦਾ ਉਹਨਾਂ ਨੇ ਬਾਅਦ ਵਿੱਚ ਜਾ ਕੇ ਪ੍ਰਚਾਰ ਵੀ ਕੀਤਾ ਹੈ। ਸੋ ਸੰਤ ਵੀ ਹੈ ਔਰ ਸਿਪਾਹੀ ਵੀ ਨੇ ਉਹ। ਸੋ ਸਿਰਫ ਸੰਤ ਸਿਪਾਹੀ ਜਿਹੜਾ ਹੈ ਉਹ ਆਦਮੀ ਨਹੀਂ, ਔਰਤ ਵੀ ਬਰਾਬਰ ਹੈ। ਔਰ ਜਦੋਂ ਐਸੀ ਸੰਤ ਸਿਪਾਹੀ ਔਰਤ ਦੀ ਕੁੱਖ 'ਚੋਂ ਕੋਈ ਬੱਚਾ ਜਨਮ ਲਊਗਾ ਤਾਂ ਉਹ ਕੈਸਾ ਹੋਊਗਾ? ਮੈਂ ਫਿਰ ਉੱਥੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ ਕਿ ਉਹ ਕੈਸੇ ਲੋਕ ਸੀ ਜਿਹੜੇ ਬੈਠੇ ਨੇ ਔਰ ਉਹਨਾਂ ਦੇ ਬੰਦ ਕੱਟੇ ਜਾ ਰਹੇ ਨੇ, ਉਹ ਸੀ ਵੀ ਨਹੀਂ ਕਰ ਰਹੇ। ਉਹ ਕੈਸੇ ਲੋਕ ਸੀ ਜਿਨ੍ਹਾਂ ਦੀ ਖੋਪੜੀ ਲਹਾਈ ਜਾ ਰਹੀ, ਉਹ ਸੀ ਵੀ ਨਹੀਂ ਕਰ ਰਹੇ। ਕੈਸੇ ਲੋਕ ਸੀ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਪੰਜ ਹਾਂ ਔਰ ਅੱਗੇ ਪੂਰੀ ਦੀ ਪੂਰੀ ਫੌਜ ਆ, ਪਤਾ ਨਹੀਂ ਕਿੰਨੇ ਲੱਖਾਂ ਦੇ ਵਿੱਚ ਅਸੀਂ ਜਾਵਾਂਗੇ, ਸਾਨੂੰ ਕੁਛ ਨਾ ਕੁਛ ਹੋਣਾ ਹੀ ਹੈ, ਅਸੀਂ ਬਚ ਕੇ ਨਹੀਂ ਆ ਸਕਦੇ, ਪਰ ਫਿਰ ਵੀ ਉਹ ਨਿੱਤਰ ਜਾਂਦੇ ਔਰ ਅਖੀਰਲੇ ਦਮ ਤੱਕ ਲੜਦੇ ਨੇ। ਉਹ ਕੈਸੇ ਲੋਕ ਸੀ ਉਹ? ਜਦੋਂ ਅਸੀਂ ਇਹਦਾ ਜਵਾਬ ਪੁੱਛਾਂਗੇ ਤਾਂ ਫਿਰ ਸਾਨੂੰ ਸਮਝ ਆਊਗੀ ਕਿ ਇਹ ਉਹਨਾਂ ਮਾਵਾਂ ਦੇ ਤਰਾਸ਼ੇ ਹੋਏ ਬੱਚੇ ਸੀ, ਇਹ ਉਹਨਾਂ ਮਾਵਾਂ ਦੇ ਘੜੇ ਹੋਏ ਬੱਚੇ ਸੀ, ਇਹ ਉਹਨਾਂ ਮਾਵਾਂ ਦੀ ਕਲਪਨਾ ਸੀ ਜੋ ਆਪ ਸੰਤ ਸਿਪਾਹੀ ਹੋ ਗਈਆਂ ਸੀ। ਹੁਣ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੂੰ ਇਹ ਲੱਗੂਗਾ, ਕਿਉਂਕਿ ਜਿਹੜਾ ਅੱਜ ਕੱਲ੍ਹ ਆਪਾਂ ਇੱਕ ਫੈਮਿਨਿਜ਼ਮ ਨੂੰ ਲੈ ਕੇ ਚੱਲ ਰਹੇ ਹਾਂ ਨਾ, ਤਾਂ ਉਹਨਾਂ ਨੂੰ ਇਹ ਲੱਗੂਗਾ ਕਿ ਇਹ ਵੀ ਤਾਂ ਗਲਤ ਆ, ਆਦਮੀਆਂ ਨੂੰ ਵੀ ਤਾਂ ਬਰਾਬਰ ਬੱਚੇ ਦੀ ਪਾਲਣਾ ਸਿਰਫ ਔਰਤ ਦਾ ਜ਼ਿੰਮਾ ਥੋੜ੍ਹੀ ਆ। ਆਪਾਂ ਇਹ ਕਿਉਂ ਕਹਿੰਦੇ ਆ ਕਿ ਸਿਰਫ ਔਰਤ ਹੀ ਜਿਹੜੀ ਆਪਣੇ ਬੱਚੇ ਨੂੰ ਸੰਸਕਾਰ ਦੇ ਸਕਦੀ, ਆਦਮੀ ਨਹੀਂ ਦੇ ਸਕਦਾ? ਤੁਹਾਡੀ ਗੱਲ ਬਿਲਕੁਲ ਸੱਚ ਹੋ ਸਕਦੀ ਹੈ, ਪਰ ਬੱਚਾ ਜਿਹੜਾ ਹੈ ਉਹ ਔਰਤ ਦੇ ਨਾਲ, ਆਪਣੀ ਮਾਂ ਦੇ ਨਾਲ ਪੂਰੀ ਦੁਨੀਆ ਤੋਂ ਜ਼ਿਆਦਾ 9 ਮਹੀਨੇ ਰਹਿੰਦਾ। ਔਰ ਬੱਚਾ, ਇਹ ਸਾਨੂੰ ਲੱਗਦਾ ਹੈ ਕਿ ਬੱਚਾ ਪੇਟ 'ਚ ਆ, ਉਹਨੂੰ ਕੁਛ ਸਮਝ ਨਹੀਂ ਆ ਰਹੀ। ਬੱਚਾ ਆਪਣੀ ਮਾਂ ਦੇ ਕੁੱਖੋਂ ਹੀ ਸਭ ਕੁਝ ਸਮਝਣਾ ਸ਼ੁਰੂ ਕਰ ਦਿੰਦਾ। ਉਹਦੀ ਜਿਹੜਾ ਲਰਨਿੰਗ ਹੈ ਉਹ ਮਾਂ ਦੇ ਪੇਟ 'ਚੋਂ ਹੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਮੈਂ ਨਹੀਂ ਕਹਿ ਰਹੀ, ਸਾਇੰਸ ਕਹਿੰਦੀ ਆ। ਇਹ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਬੱਚਾ ਜੋ ਹੈ ਉਹ ਆਪਣੀ ਮਾਂ ਦੇ ਵਿੱਚੋਂ ਹੀ ਲੈਂਗੁਏਜ ਰਜਿਸਟਰ ਕਰਨੀ ਸ਼ੁਰੂ ਕਰ ਦਿੰਦਾ। ਕੁਝ ਅੱਖਰ, ਕੁਝ ਸਾਊਂਡਸ ਉਹਨੂੰ ਰਜਿਸਟਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਅਗਰ ਸਾਊਂਡਸ ਰਜਿਸਟਰ ਹੁੰਦੀਆਂ ਤਾਂ ਸੋਚੋ ਕਿ ਮਾਂ ਦੇ ਕਰਮ ਉਹਨੂੰ ਕਿਉਂ ਨਾ ਰਜਿਸਟਰ ਹੁੰਦੇ ਹੋਣਗੇ। ਸੋ ਜਦੋਂ ਬੱਚਾ ਆਪਣੀ ਮਾਂ ਦੇ ਕੁੱਖ ਦੇ ਵਿੱਚੋਂ ਹੀ ਸਿੱਖਣਾ ਸ਼ੁਰੂ ਕਰ ਦਿੰਦਾ ਤਾਂ ਬੱਚੇ ਦਾ ਪਹਿਲਾ ਸਕੂਲ ਉਹਦੀ ਮਦਰ ਹੁੰਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਬੱਚੇ ਨੂੰ ਵਧੀਆ ਸਕੂਲ 'ਚ ਪੜ੍ਹਨੇ ਪਾਓ ਤਾਂ ਕਿ ਉਹਦਾ ਬੇਸ ਵਧੀਆ ਬਣੇ, ਤਾਂ ਪਹਿਲਾ ਸਕੂਲ ਉਹਦੀ ਮਾਂ ਹੈ, ਤਾਂ ਵਧੀਆ ਸਕੂਲ ਉਹਦੀ ਮਾਂ ਹੋਣੀ ਚਾਹੀਦੀ ਆ, ਫਿਰ ਉਹਦਾ ਬੇਸ ਅੱਗੇ ਜਾ ਕੇ ਵਧੀਆ ਹੋਊਗਾ। ਸੋ ਐਸੀਆਂ ਸੰਤ ਸਿਪਾਹੀ ਔਰਤਾਂ ਦੀ ਜਿਹੜੇ ਕੁੱਖਾਂ 'ਚੋਂ ਜਨਮ ਲੈਣ ਵਾਲੇ ਨੇ, ਉਹ ਫਿਰ ਹਰੀ ਸਿੰਘ ਨਲੂਏ ਹੋਣਗੇ, ਉਹ ਫਿਰ ਉਹੋ ਜਿਹੇ ਹੋਣਗੇ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਇਹੋ ਜਿਹੇ ਹੋਣਗੇ। ਉਹ ਫਿਰ ਕੋਈ ਹੋਰ ਮੇਰੇ ਵਰਗੇ ਜਾਂ ਕਿਸੇ ਵਰਗੇ ਵੀ ਕੋਈ ਹੋਰ ਅੱਜ ਕੱਲ੍ਹ ਦਾ ਜਿਸ ਤਰੀਕੇ ਨਾਲ ਸਾਡੇ 'ਚ ਨਿਗਾਰ ਆ ਗਿਆ, ਉਹ ਇੱਦਾਂ ਦੇ ਨਹੀਂ ਹੋਣਗੇ। ਸੋ ਸਾਨੂੰ ਬਹੁਤ ਜ਼ਰੂਰੀ ਹੈ, ਬੀਇੰਗ ਸਿੱਖ ਵੂਮਨ, ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਜੋ ਰੁਤਬਾ ਸਾਨੂੰ ਗੁਰੂ ਨੇ ਬਖਸ਼ਿਆ, ਅਸੀਂ ਉਹਨੂੰ ਸਮਝੀਏ। ਹੋ ਸਕਦਾ ਹੈ ਕਿ ਸਾਡੇ ਨਾਲ ਕਿਤੇ ਜਾਈਏ ਤੇ ਥੋੜ੍ਹਾ ਬਹੁਤ ਕਿਤੇ ਡਿਸਕ੍ਰਿਮੀਨੇਸ਼ਨ ਵੀ ਹੋਵੇ। ਉਹਦੇ ਵਾਸਤੇ ਸਾਡੇ ਕੋਲ ਹਥਿਆਰ ਕੀ? ਸਾਡੇ ਕੋਲ ਸਿਰਫ ਇੱਕੋ ਇੱਕ ਚੀਜ਼ ਹੈ, ਉਹ ਹੈ ਗੁਰਬਾਣੀ। ਅਸੀਂ ਗੁਰਬਾਣੀ ਦਾ ਹਵਾਲਾ ਦੇ ਕੇ ਕਿਸੇ ਨਾਲ ਵੀ ਅੜ ਸਕਦੇ ਹਾਂ ਕਿ ਸਾਡੇ ਗੁਰੂ ਨੇ ਸਾਨੂੰ ਬਰਾਬਰਤਾ ਦਿੱਤੀ ਹੈ, ਤੁਸੀਂ ਸਾਡੇ ਕੋਲ ਖੋ ਨਹੀਂ ਸਕਦੇ। ਪਰ ਅਸੀਂ ਇਹ ਕਿਉਂ ਨਹੀਂ ਕਰ ਪਾਉਂਦੇ? ਕਿਉਂਕਿ ਅਸੀਂ ਗੁਰਬਾਣੀ ਨੂੰ ਹੀ ਸਮਝਣਾ ਬੰਦ ਕਰਤਾ। ਸਾਨੂੰ ਲੱਗਦਾ ਕਿ ਅਸੀਂ ਸਾਡੇ 'ਚੋਂ ਬਹੁਤੀਆਂ ਨੇ ਤਾਂ ਆਪਣੇ ਨਾਵਾਂ ਪਿੱਛੋਂ ਕੌਰ ਹੀ ਕੱਢ ਛੱਡਿਆ। ਅਤੇ ਜਦੋਂ ਅਸੀਂ ਇਹ ਵੀ ਗੱਲ ਕਿਤੇ ਆਪਾਂ ਫਿਰ, ਕਿਉਂਕਿ ਅੱਜ ਮੇਰੇ ਕੋਲ ਸਮਾਂ ਜਿਹੜਾ ਮੇਰਾ ਸਮਾਪਤ ਹੋ ਰਿਹਾ, ਕਿ ਜਿਹੜਾ ਨਾਮ ਦੇ ਪਿੱਛੇ ਕੌਰ ਜਾਂ ਸਿੰਘ ਲੱਗਣਾ ਹੈ ਇੰਨਾ ਇੰਪੋਰਟੈਂਟ ਕਿਉਂ ਹੈ? ਇਹ ਵੀ ਕਦੀ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਵੀ ਕਿ ਇੰਨਾ ਇੰਪੋਰਟੈਂਟ ਕਿਉਂ ਹੈ। ਕਿਉਂਕਿ ਇਹ ਸਾਈਕੋਲੋਜੀਕਲ ਇਫੈਕਟਸ ਨੇ। ਜਦੋਂ ਅਸੀਂ ਇਹਨਾਂ ਵਿੱਚੋਂ ਆਪਣੇ ਨਾਮ ਦੇ ਵਿੱਚੋਂ ਕੌਰ ਹੀ ਕੱਢ ਗਏ, ਫਿਰ ਆਪਣੀ ਬੋਲੀ ਵਿੱਚੋਂ ਅਸੀਂ ਪੰਜਾਬੀ ਹੀ ਕੱਢ ਗਏ, ਤਾਂ ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਅਸੀਂ ਉਹੋ ਜਿਹੇ ਯੋਧੇ ਪੈਦਾ ਕਰ ਸਕਦੀਆਂ। ਜਾਂ ਹੁਣ ਯੋਧੇ ਦਾ ਮਤਲਬ ਸਿਰਫ ਆਦਮੀ ਨਹੀਂ ਹੈ, ਮੈਂ ਫਿਰ ਬੋਲ ਰਹੀ ਹਾਂ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਆਦਮੀ, ਤੁਹਾਡੀਆਂ ਬੱਚੀਆਂ ਵੀ ਤਾਂ ਸੰਤ ਸਿਪਾਹੀ ਹੋ ਸਕਦੀਆਂ ਨਾ। ਅਤੇ ਸੋਚੋ ਕਿ ਜਿਸ ਤਰੀਕੇ ਦਾ ਇਹ ਪੂਰਾ ਇਨਵਾਇਰਮੈਂਟ ਬਣਦਾ ਜਾ ਰਿਹਾ, ਇਸ ਸਮੇਂ
ਸੰਤ ਸਿਪਾਹੀ ਔਰਤਾਂ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਔਰ ਉਹਦਾ ਜਿਹੜਾ ਪਹਿਲਾ ਰਿਸਪੌਂਸਿਬਿਲਿਟੀ ਆ ਉਹ ਸਾਡੇ ਤੇ ਹੈ, ਬੀਇੰਗ ਸਿੱਖ ਵੂਮਨ, ਕਿਉਂਕਿ ਸਾਨੂੰ ਸੰਤ ਸਿਪਾਹੀ ਬਣਾਇਆ ਗਿਆ। ਸੋ ਜਦੋਂ ਅਸੀਂ ਪੀੜ੍ਹੀਆਂ ਦੀ ਗੱਲ ਕਰਾਂਗੇ ਸਾਨੂੰ ਸਮਝਣਾ ਪਊਗਾ ਕਿ ਪੀੜ੍ਹੀਆਂ ਦੇ ਵਿੱਚ ਇੱਕ ਕੋਡਡ ਮੈਸੇਜ ਵੀ ਹੈ ਕਿ ਇਕੁਐਲਿਟੀ, ਔਰ ਇਹ ਵੀ ਨਾਲ ਹੈ ਕਿ ਇਹ ਵੀ ਸੰਤ ਸਿਪਾਹੀ ਹੀ ਬਣਨਗੀਆਂ। ਆਦਮੀਆਂ ਦੇ ਨਾਲ ਨਾਲ ਔਰਤਾਂ ਦੀ ਵੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਚੱਲ ਰਹੀ ਹੈ ਸੰਤ ਸਿਪਾਹੀ ਬਣਨ ਦੀ, ਕਿਉਂਕਿ ਜਦੋਂ ਖਾਲਸਾ ਪੰਥ ਤਿਆਰ ਹੁੰਦਾ ਤਾਂ ਉਹਦੇ ਵਿੱਚ ਔਰਤ ਵੀ ਖਾਲਸਾ ਹੈ ਤੇ ਆਦਮੀ ਵੀ ਖਾਲਸਾ ਹੈ, ਦੋਵਾਂ ਦੇ ਵਿੱਚ ਕੋਈ ਫਰਕ ਨਹੀਂ। ਬੜਾ ਹਾਸਾ ਆਉਂਦਾ ਮੈਨੂੰ ਕਿ ਜਦੋਂ ਫਿਲਮਾਂ ਦੇ ਵਿੱਚ ਵੀ ਆਉਂਦਾ ਕਿ ਮੈਂ ਸਿੱਖਣੀ ਹੂੰ, ਸਿੱਖਣੀ ਵਰਗਾ ਕੋਈ ਵਰਡ ਨਹੀਂ ਹੁੰਦਾ, ਸਿਰਫ ਸਿੱਖ ਹੁੰਦਾ ਹੈ। ਸਿੱਖ ਔਰਤ ਵੀ ਹੁੰਦੀ ਹੈ, ਸਿੱਖ ਆਦਮੀ ਵੀ ਹੁੰਦਾ। ਸਿਰਫ ਗੁਰਮੁਖ ਹੁੰਦਾ, ਗੁਰਮੁਖ ਔਰਤ ਵੀ ਹੁੰਦੀ ਹੈ, ਗੁਰਮੁਖ ਆਦਮੀ ਵੀ ਹੁੰਦਾ। ਸਾਡੇ 'ਚ ਜੈਂਡਰ ਦੇ ਨਾਮ ਦੇ ਉੱਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਇਹ ਸਾਨੂੰ ਸਮਝਣੀ ਪਊਗੀ। ਖੈਰ, ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਜਿਹੜੀਆਂ ਨੇ ਉਹ ਪ੍ਰਵਾਨ ਕਰਨਾ। ਅਗਰ ਕੋਈ ਗਲਤੀ ਹੋ ਗਈ ਹੋਵੇ, ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈਨੂੰ ਛੋਟੀ, ਆਪਣੇ ਤੋਂ ਛੋਟੀ ਭੈਣ, ਬੱਚੀ ਜਾਂ ਵੱਡੀ ਭੈਣ, ਜੋ ਵੀ ਸਮਝ ਕੇ ਮੈਨੂੰ ਤੁਸੀਂ ਮਾफ़ ਕਰਨਾ। ਔਰ ਅਗਲਾ ਜਿਹੜਾ ਐਪੀਸੋਡ ਹੈ ਉਹਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਹੀ ਲਾਈਫ ਦੇ ਵਿੱਚੋਂ ਆਪਾਂ ਲੈ ਕੇ ਅੱਗੇ ਚੱਲਾਂਗੇ, ਜਿਹਦੇ ਵਿੱਚ ਉਹਨਾਂ ਨੇ ਜਿਹੜੀ ਇਕੁਐਲਿਟੀ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਬੋਲੀ ਇਸਟੈਬਲਿਸ਼ ਕਰਨਾ ਅਤੇ ਅਕਬਰ ਦਾ ਉਹਨਾਂ ਦੇ ਨਾਲ ਜਿਹੜਾ ਮਿਲਣ ਲਈ ਆਉਣਾ, ਇਹਨਾਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਕੇ ਹੋਰ ਦੇਖਾਂਗੇ ਕਿ ਉਹਨਾਂ ਨੇ ਸਾਨੂੰ ਇਕੁਐਲਿਟੀ ਦਾ ਜਿਹੜਾ ਪਾਠ ਹੈ ਉਹ ਕਿੱਦਾਂ ਪੜ੍ਹਾਇਆ। ਸੋ ਅੱਜ ਦੇ ਲਈ ਮੈਨੂੰ ਇੰਨੀਆਂ ਹੀ ਮੇਰੀਆਂ ਬੇਨਤੀਆਂ ਸਵੀਕਾਰ ਕਰੋ, ਮੈਨੂੰ ਦਿਓ ਇਜਾਜ਼ਤ। ਅਗਲੀ ਵਾਰ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।